डंडौत बंदन अनेक बार, सर्ब कला समरथ। डोलन तेरा खौ प्रभु, नानक दे कर हथ। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन परगास। याही कुल ते प्रगट होए, ताही कुल को नाम। पुन द्वादश गुरिंद को, मेरी है प्रणाम। परम सत्कारयोग सतगुरु जी दे पावन पवित्र दरबार विच बैठी हुई साध संगत जियो, अपनियां मन बिरतियां नूं एकागर करन दे लई, रसना नूं पवित्र करन लई एक वारी सारे ही रल के आखिए, धन श्री सतगुरु जगजीत सिंह सच्चे पातशाह। सतगुरु अमरदास सच्चे पातशाह जी दा पावन पवित्र इतिहास साहब जी श्रवण कर रहे से। परसों पिछले अध्याय की समाप्ति हुई सी। अज एक नवे अध्याय का प्रारंभ ग्रंथाकार भाई संतोख सिंह जी एक दोहरे दे नाल करते हैं। मैं अज की कथा नूं इत्थों ही प्रारंभ करदा। दिज बार खेडा सोयरी, दुर्गा भगत बेसाल। नित प्रत पूजा बहु करे, धरे ज्ञान सब काल। ग्रंथाकार भाई संतोख सिंह जी लिखते हैं कि एक पंडित सी खेडा, और वह दुर्गा का बहुत वड्डा भगत सी। नित्ता प्रति भाव के रोज दुर्गा देवी की वह बहुत ज़्यादा पूजा करता सी। इस तो इलावा कहते हैं कि बहुत वड्डा ज्ञानी भी सी। नर समुदाय मिलें टिग आवें, श्री दुर्गा के दर्शन जावें। बहुत सारे जिहड़े मनुख ने आउंदे सन इस पंडित दे कोल, और ये पंडित दे नाल मिल के वो दुर्गा देवी दे दर्शनां दे वास्ते जाया करदे सी। सम्मत में जुग यात्रा करही, निर्जल निराहार व्रत तरही। साल दे विच 2 वारी ये पंडित देवी दे दर्शनां दे वास्ते देवी दे मंदिर जाया करदा सी। उन्हां यात्रावां दे विच निर्जल निराहार व्रत तरही, बिना जल तो ते बिना खाने तो वर्त रखदा सी। एक बारी यात्रा को चलियो, तिसके संग वृंद नर मिलियो। एक बारी इसे ही तरीके दे नाल यात्रा ते वो जा रहा सी। उस वेले उस दे नाल बहुत सारे होर भी लोग सन। चलत पंथ में गुरपुर आवा, दर्शन करबे को लल चावा। जेड़े पासे दी उस संग ने लंघना सी, रस्ते दे विच गोइंदवाल नगर आउंदा सी। एक बारी जदों जा रहा सी ते मन दे विच ख्याल पैदा होया कि चलो अमरदास जी दे दर्शन करके अगे जाइए। पायो ठांड जब गुर के द्वारे, तब सिखियानेम बाक उचारे। दर्शनां दी आसा नूं धारण करके पंडित सतगुरु सच्चे पातशाह जी दे दरवाजे अगे आण के खड़ा होया। उस नूं देख के उस वेले सिखां ने इस तरह आख्या, कहंदे ने गुर आग्या को सुनबो करिए,
ਬਹੁਰ ਨਕੇਤ ਪੌਰ ਮੈਂ ਬਰੀਐ। ਪੰਡਤ ਨੂੰ ਕਹਿਣ ਲੱਗੇ ਸਿੱਖ ਕਿ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਹੁਕਮ ਕੀਤਾ ਹੋਇਆ ਉਸ ਹੁਕਮ ਨੂੰ ਸੁਣ ਲਓ, ਫੇਰ ਦਰਵਾਜ਼ੇ ਦੇ ਅੰਦਰ ਪੈਰ ਰੱਖਿਓ। ਪੰਡਤ ਨੇ ਆਖਿਆ ਕਿ ਕੀ ਸਤਿਗੁਰਾਂ ਨੇ ਹੁਕਮ ਕੀਤਾ ਹੋਇਆ? ਪ੍ਰਥਮ ਦੇਗ ਤੇ ਅਚਵੋ ਜਾਏ, ਪੀਛੇ ਗੁਰ ਦਰਸ਼ਨ ਕੋ ਪਾਏ। ਸਿੱਖ ਕਹਿਣ ਲੱਗੇ ਕਿ ਸਾਰਿਆਂ ਤੋਂ ਪਹਿਲਾਂ ਦੇਗ ਦੇ ਵਿੱਚ ਜਾ ਕੇ ਭੋਜਨ ਖਾਣਾ ਪਵੇਗਾ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਣਗੇ। ਸੁਣ ਕਰ ਖੇਡੇ ਕੀਨ ਵਿਚਾਰਨ, ਮੈਂ ਕਿਮ ਕਰਹੁ ਨੇਮ ਨਿਵਾਰਨ। ਜਦੋਂ ਖੇਡੇ ਪੰਡਤ ਨੇ ਸੁਣਿਆ ਤੇ ਮਨ ਦੇ ਵਿੱਚ ਵਿਚਾਰ ਕਰਨ ਲੱਗਾ, ਮੈਂ ਕਿਵੇਂ ਕਰਹੁ ਨੇਮ ਨਿਵਾਰਨ। ਮੈਂ ਆਪਣੇ ਨੇਮ ਨੂੰ ਕਿਸ ਤਰ੍ਹਾਂ ਗਵਾ ਸਕਦਾ ਹਾਂ, ਕਿਸ ਤਰ੍ਹਾਂ ਮੈਂ ਛਕ ਸਕਦਾ ਹਾਂ ਇਸ ਲੰਗਰ ਦੇ ਵਿੱਚੋਂ। ਜਿਸ ਤਰ੍ਹਾਂ ਕਿ ਥੋੜੇ ਦਿਨ ਪਹਿਲਾਂ ਮਾਈ ਦਾਸ ਵੈਸ਼ਨੋ ਦੀ ਕਥਾ ਆਈ ਸੀ, ਉਹਨੂੰ ਵੀ ਜਦੋਂ ਆਖਿਆ ਗਿਆ ਕਿ ਪਹਿਲਾਂ ਭੋਜਨ ਖਾਣਾ ਪਵੇਗਾ ਫੇਰ ਦਰਸ਼ਨ ਹੋਣਗੇ, ਤੇ ਉਹਨੇ ਵੀ ਇਸੇ ਤਰੀਕੇ ਦੇ ਨਾਲ ਪ੍ਰੇਮ ਦੀ ਜਗ੍ਹਾ ਦੇ ਉੱਤੇ ਨੇਮ ਨੂੰ ਅੱਗੇ ਰੱਖਿਆ। ਇਸੇ ਹੀ ਤਰੀਕੇ ਦੇ ਨਾਲ ਇਹ ਜਿਹੜਾ ਖੇਡਾ ਪੰਡਤ ਹੈ, ਇਹਨੇ ਵੀ ਨੇਮ ਦੀ ਗੱਲ ਕੀਤੀ ਹੈ ਕਿ ਮੈਂ ਆਪਣੇ ਨੇਮ ਨੂੰ ਕਿਸ ਤਰ੍ਹਾਂ ਗਵਾ ਸਕਦਾ। ਸੋਚ ਕਰ ਕਰੋ ਆਹਾਰ ਹਮੇਸ਼ੂ, ਗੁਰ ਕੀ ਦੇਗ ਪ੍ਰਵੇਸ਼ ਅਸ਼ੇਸ਼ੂ। ਮਨ ਦੇ ਵਿੱਚ ਸੋਚਣ ਲੱਗਾ ਕਿ ਮੈਂ ਤੇ ਜਦੋਂ ਵੀ ਆਹਾਰ ਛਕਦਾ ਹਾਂ, ਜਦੋਂ ਹੀ ਖਾਣਾ ਖਾਂਦਾ ਹਾਂ, ਔਰ ਉਹ ਸੁੱਚ ਮਰਿਆਦਾ ਦੇ ਨਾਲ ਖਾਂਦਾ ਹਾਂ। ਗੁਰ ਕੀ ਦੇਗ ਪ੍ਰਵੇਸ਼ ਅਸ਼ੇਸ਼ੂ, ਔਰ ਗੁਰੂ ਦੇ ਲੰਗਰ ਦੇ ਵਿੱਚ ਆਵਾਜਾਈ ਹਰ ਇੱਕ ਦੀ। ਆਸ਼ਰਮ ਬਰਨ ਨੇਮ ਵਿਵਹਾਰ, ਗੁਰ ਕੋ ਮਿਲੇ ਸਕਲ ਨਿਰਵਾਰ। ਕਹਿੰਦਾ ਹੈ ਕਿ ਆਸ਼ਰਮ ਵਰਨ ਨੇਮ ਸੁਚ ਸੰਜਮ ਇਹ ਸਾਰੇ ਜਿਹੜੇ ਵਿਹਾਰ ਨੇ ਇਹ ਮੇਰੇ ਚ ਨੇ, ਪਰ ਗੁਰ ਕਿਉ ਮਿਲੇ ਸਕਲ ਨਿਰਵਾਰ। ਪਰ ਗੁਰੂ ਨੂੰ ਜਿਹੜੇ ਮਿਲਦੇ ਨੇ ਲੋਕੀ, ਉਹ ਮਾਨੋ ਕਿ ਇਹਨਾਂ ਸਾਰੀਆਂ ਚੀਜ਼ਾਂ ਤੋਂ ਵਾਂਝੇ ਨੇ, ਨੇਮ ਨੂੰ ਛੱਡ ਕੇ ਸਾਰੇ ਲੋਕੀ ਮਿਲਦੇ ਨੇ। ਐਸਾ ਕੋ ਬੜ ਪ੍ਰੇਮੀ ਹੋਏ, ਗੁਰ ਹਿਤ ਰਖਿਆ ਪਰ ਸਭ ਖੋਏ। ਸੋਚਦਾ ਹੈ ਖੇਡਾ ਪੰਡਤ ਕਿ ਗੁਰੂ ਦੇ ਵਿੱਚ ਹੀ ਪ੍ਰੇਮ ਰੱਖੇ ਤੇ ਹੋਰ ਸਭ ਕੁਛ ਗਵਾ ਲਵੇ, ਐਸਾ ਕਿਹੜਾ ਪ੍ਰੇਮੀ ਹੋਵੇਗਾ। ਦੁਰਲਭ ਬਰਨ ਸੋਇ ਆਸ਼ਰਮ ਧਰਮ, ਨਹੀਂ ਤਜ ਸਕੋ ਸਹਿਤ ਜਗ ਸ਼ਰਮ। ਸੋਚਣ ਲੱਗਾ ਕਿ ਮੇਰਾ ਜਿਹੜਾ ਵਰਨ ਹੈ, ਮੇਰਾ ਜਿਹੜਾ ਆਸ਼ਰਮ ਧਰਮ ਹੈ, ਇਹ ਦੁਰਲਭ ਹੈ, ਬਹੁਤ ਔਖਾ ਲੱਭਣ ਵਾਲਾ ਹੈ। ਇਸ ਕਰਕੇ ਮੈਂ ਆਪਣੇ ਇਸ ਨੇਮ ਨੂੰ ਨਹੀਂ ਛੱਡ ਸਕਦਾ, ਔਰ ਸਮੇਤ ਸਾਰੀ ਲੋਕ ਲਾਜ ਦੇ। ਇਮ ਔਰ ਤਰਕਤ ਹਟ ਸੋ ਰਹਿਓ, ਅੰਤਰ ਗਇਓ ਨ ਦਰਸ਼ਨ ਲਹਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੇਡੇ ਪੰਡਤ ਨੇ ਇਸ ਤਰ੍ਹਾਂ ਦੀਆਂ ਵਿਚਾਰਾਂ ਮਨ ਦੇ ਵਿੱਚ ਕੀਤੀਆਂ ਤੇ ਫਿਰ ਉਹ ਮੁੜ ਗਿਆ, ਸਤਿਗੁਰਾਂ ਦੇ ਦਰਸ਼ਨ ਨਾ ਕੀਤੇ। ਗਮਨਿਓ ਪੰਥ ਆਗਾਰੀ ਫੇਰ, ਲਿਓ ਸੰਗ ਮੈਂ ਸੰਗ ਬਡੇਰ। ਚੱਲ ਪਿਆ ਆਪਣੇ ਰਸਤੇ ਦੇ ਉੱਤੇ, ਨਾਲ ਜਿਹੜੇ ਵੀ ਸੰਗੀ ਸਾਥੀ ਯਾਤਰੀ ਸਨ ਉਹਨਾਂ ਨੂੰ ਵੀ ਨਾਲ ਲੈ ਲਿਆ। ਗੋਇੰਦਵਾਲ ਤਜਿਓ ਦੋਏ ਕੋਸ, ਜਾਏ ਕਰਿਓ ਡੇਰਾ ਸ਼ਰਮ ਹੋਸ। ਗੋਇੰਦਵਾਲ ਤੋਂ 2 ਕੋਹ ਦੀ ਦੂਰੀ ਦੇ ਉੱਤੇ ਜਾ ਕੇ ਉਹਨਾਂ ਨੇ ਆਪਣਾ ਡੇਰਾ ਲਾਇਆ ਔਰ ਉੱਥੇ ਆਪਣੀ ਥਕਾਵਟ ਨੂੰ ਦੂਰ ਕੀਤਾ। ਖਾਣ ਪਾਣ ਕਰਕੇ ਜਬ ਸੋਇਓ, ਮਹਾ ਭਿਆਨਕ ਸੁਪਨੋ ਹੋਇਓ। ਖਾ ਪੀ ਕੇ ਜਦੋਂ ਸੁੱਤਾ ਪੰਡਤ ਤੇ ਸੁੱਤਿਆਂ ਪਿਆ ਬਹੁਤ ਭਿਆਨਕ ਉਸ ਨੂੰ ਇੱਕ ਸੁਪਨਾ ਆਇਆ। ਦਾਰਨ ਰੂਪ ਕਾਲ ਕਾ ਹੇਰ, ਤਰਾਸ ਪਾਏ ਕਰ ਬੋਲਿਓ ਫੇਰ। ਸੁਪਨੇ ਦੇ ਵਿੱਚ ਦੁਰਗਾ ਨੇ ਦਰਸ਼ਨ ਦਿੱਤਾ, ਪਰ ਬੜੇ ਭਿਆਨਕ ਰੂਪ ਨੂੰ ਧਾਰਿਆ ਹੋਇਆ ਸੀ, ਮਾਨੋ ਕਿ ਕਾਲੀ ਦੇਵੀ ਦਾ ਰੂਪ ਧਾਰਨ ਕੀਤਾ। ਦੁਰਗਾ ਨੇ ਬੜਾ ਭਿਆਨਕ ਰੂਪ ਦਿਖਾਇਆ। ਉਸ ਨੂੰ ਦੇਖ ਕੇ ਡਰ ਕੇ ਹੱਥ ਜੋੜ ਕੇ ਪੰਡਤ ਨੇ ਸੁਪਨੇ ਦੇ ਵਿੱਚ ਹੀ ਇਸ ਤਰ੍ਹਾਂ ਆਖਿਆ,
ਕਹਿੰਦਾ हे ਮਾਤਾ ਮੈਂ ਭਗਤ ਤੁਮਾਰਾ ਕਰੂਰ ਜੋਗਨੀ ਮੋਹਿ ਪਰਵਾਰਾ। ਕਹਿੰਦਾ हे ਮਾਤਾ ਮੈਂ ਤੇ ਤੇਰਾ ਬਹੁਤ ਵੱਡਾ ਭਗਤ ਹਾਂ ਔਰ ਇਹ ਸਾਰੀਆਂ ਜਿਹੜੀਆਂ ਜੋਗਣੀਆਂ ਤੁਹਾਡੇ ਨਾਲ ਨੇ ਇਹਨਾਂ ਨੇ ਮੈਨੂੰ ਘੇਰਿਆ ਹੋਇਆ। ਇਸ ਤੋਂ ਇਲਾਵਾ ਮਾਤਾ ਤੇਰਾ ਵੀ ਦਰਸ਼ਨ ਬੜਾ ਭਿਆਨਕ ਹੋ ਰਿਹਾ। ਇਨ ਤੇ ਰੱਛਾ ਮੇਰੀ ਕਰੀਐ ਨਹੀਂ ਪੱਖੈ ਸਗਰੀ ਨਿਰਵਰੀਐ। ਕਹਿੰਦਾ हे ਮਾਤਾ ਇਹ ਤੁਹਾਡੇ ਨਾਲ ਜਿਹੜੀਆਂ ਜੋਗਣੀਆਂ ਨੇ ਇਹਨਾਂ ਤੋਂ ਮੇਰੀ ਰੱਖਿਆ ਕਰੋ, ਕਿਧਰੇ ਇਹ ਨਾ ਹੋਵੇ ਕਿ ਤੁਹਾਡੇ ਵੇਖਦਿਆਂ ਵੇਖਦਿਆਂ ਇਹ ਮੈਨੂੰ ਖਾਣਾ ਬਣਾ ਕੇ ਖਾ ਲੈ। ਕੌਣ ਦੋਸ਼ ਮੇਰੋ ਅਸ ਜੋਵਾ ਜਿਸ ਤੇ ਤਰਾਸਕ ਦਰਸ਼ਨ ਹੋਵਾ। ਹੱਥ ਜੋੜ ਕੇ ਸੁਪਨੇ ਦੇ ਵਿੱਚ ਹੀ ਜਿਹੜਾ ਦਰਸ਼ਨ ਪੰਡਤ ਨੂੰ ਹੋ ਰਿਹਾ ਉਹ ਸਰੂਪ ਦੇ ਅੱਗੇ ਅਰਜ਼ਾਂ ਕਰਦਾ ਹੈ। ਪੰਡਤ ਕਹਿੰਦਾ ਹੈ ਕਿ ਮੈਂ ਐਸਾ ਕਿਹੜਾ ਦੋਸ਼ ਕਰ ਲਿਆ ਹੈ ਕਿ ਜਿਸ ਦੇ ਕਾਰਨ ਤੁਹਾਡਾ ਇਸ ਤਰ੍ਹਾਂ ਦਾ ਭਿਆਨਕ ਮੈਨੂੰ ਦਰਸ਼ਨ ਹੋ ਰਿਹਾ। ਸੁਪਨੇ ਮੈਂ ਤਿਸ ਕੋ ਸਮਝਾਇਓ ਹੋ ਤੋ ਭਗਤ ਤਬ ਦਰਸ਼ਨ ਪਾਇਓ। ਕਵੀ ਜੀ ਲਿਖਦੇ ਨੇ ਕਿ ਸੁਪਨੇ ਦੇ ਵਿੱਚ ਹੀ ਫਿਰ ਦੇਵੀ ਨੇ ਉਸ ਨੂੰ ਸਮਝਾਇਆ ਕਿ ਤੂੰ ਮੇਰਾ ਬਹੁਤ ਵੱਡਾ ਭਗਤ ਹੈ, ਇਸ ਗੱਲ ਨੂੰ ਮੈਂ ਜਾਣਦੀ ਹਾਂ, ਇਸੇ ਕਰਕੇ ਮੇਰਾ ਤੈਨੂੰ ਦਰਸ਼ਨ ਹੋਇਆ। ਸਤਿਗੁਰ ਤੇ ਬੇਮੁਖ ਹੋਇਆ ਵਾ ਜਾਂ ਤੇ ਤੋਹਿ ਤਰਾਸ ਦਰਸਾਵਾ। ਦੇਵੀ ਨੇ ਆਖਿਆ ਕਿ ਦਰਸ਼ਨ ਤੇ ਤੈਨੂੰ ਸੋਹਣਾ ਦਿਖਾਉਣਾ ਸੀ, ਪਰ ਕਹਿੰਦੀ ਹੈ ਕਿ ਸਤਿਗੁਰੂ ਤੋਂ ਬੇਮੁਖ ਹੋ ਕੇ ਆ ਗਿਆ ਹੈ, ਉਹਨਾਂ ਵਾਲੇ ਪਾਸੇ ਤੋਂ ਮੂੰਹ ਮੋੜ ਕੇ ਆ ਗਿਆ ਹੈ, ਇਸ ਕਰਕੇ ਤੈਨੂੰ ਇਸ ਤਰ੍ਹਾਂ ਦਾ ਡਰਾਉਣਾ ਦਰਸ਼ਨ ਦਿੱਤਾ ਹੈ। ਮੋਹ ਭਗਤ ਕਰ ਬੇਫਲ ਇਹ ਹੈ ਸ਼ਰਦਾ ਯੁਤ ਗੁਰ ਦਰਸ਼ਨ ਲਹਿ। ਦੇਵੀ ਨੇ ਆਖਿਆ ਕਿ ਮੇਰੀ ਭਗਤੀ ਕਰਨ ਦਾ ਇਹ ਫਲ ਹੈ ਕਿ ਸ਼ਰਧਾ ਦੇ ਨਾਲ ਜਾ ਕੇ ਤੂੰ ਗੁਰੂ ਦਾ ਦਰਸ਼ਨ ਕਰਦਾ। ਨਾਹਿ ਤਾਂ ਮੇਰੀ ਭਗਤ ਨ ਪਾਵੈ ਗੁਰ ਤੇ ਬੇਮੁਖ ਹੋਏ ਦਰਸਾਵੈ। ਦੇਵੀ ਕਹਿੰਦੀ ਹੈ ਕਿ ਜੋ ਗੁਰੂ ਤੋਂ ਬੇਮੁਖ ਹੋ ਕੇ ਮੇਰੇ ਦਰਸ਼ਨ ਨੂੰ ਆਵੇ ਉਹ ਮੇਰੀ ਭਗਤੀ ਨਹੀਂ ਪਾ ਸਕਦਾ। ਜਗਤ ਉਧਾਰਨ ਹਿਤ ਅਵਤਾਰ ਭਗਤ ਰੂਪ ਹੋਏ ਰਹਿਤ ਉਦਾਰ। ਕਹਿੰਦੀ ਹੈ ਕਿ ਜਗਤ ਦਾ ਉਧਾਰ ਕਰਨ ਦੇ ਵਾਸਤੇ, ਲੋਕਾਂ ਦਾ ਕਲਿਆਣ ਕਰਨ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਨੂੰ ਧਾਰਨ ਕੀਤਾ ਹੋਇਆ। ਭਗਤੀ ਰੂਪ ਹੋਏ ਰਹਿਤ ਉਦਾਰ, ਮਾਨੋ ਕਿ ਭਗਤੀ ਵਾਲਾ ਰੂਪ ਧਾਰਨ ਕੀਤਾ। लाखों लोक सुमत को पाए सिक्खी मार्ग को प्रगटाए। सतगुरु अमरदास सच्चे पातशाह जी मानो के सिक्खी दे रस्ते नूं प्रगट कर रहे ने और लखां ही लोग श्रेष्ठ बुद्धि नूं प्राप्त करके उस रस्ते दे उत्ते चल रहे। दूरे रहें प्रभ के अवतार हट अब मिलो परम निर्वार। दुर्गा देवी ने आख्या है कि दुरे रहंदे ने, छुपे रहंदे ने, पर है प्रभु दे अवतार ने। जा मुड़ के जाके अपने सारे भरम नूं दूर करके उन्हां दा दर्शन कर। सुन सुपने में बंधन कीन जाग्यो पुण्य अचरज मन लीन। सुपने दे विच ही देवी ने दर्शन दिता और इस तरह दा हुक्म कीता। सुपने दे विच ही पंडित ने देवी नूं नमस्कार कीती है और सत वचन आख्या। इन्ने चिर नूं पंडित दी जाग खुली। जदों उठिया ते बहुत ज्यादा हैरानी दी दशा दे विच हो के सोचण लगा। भाई पोरी उठ कर हटियो दर्शन गुर की प्रीत आयो गोयंदवाल में दिड़ शरदा धर चीत। वड्डी ही भोर दे नाल तड़के तड़के ही उठ के हट के सतगुरु सच्चे पातशाह जी दे दर्शनां नूं तैयार होया। गुरु दा दर्शन करन दी प्रीत हिरदे दे विच जागी है। गोइंदवाल दे वल मुड़ पिया है बड़ी शरदा नूं धारण करके।
प्रथम देग में अच्यो आहारा, पुन गमन्यो जह सतगुर द्वारा। सारिਆਂ ਤੋਂ ਪਹਿਲਾਂ ਉਸ ਮਰਿਆਦਾ ਨੂੰ ਪੂਰਨ ਕੀਤਾ ਹੈ ਜਿਹੜੀ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬੰਨੀ ਹੋਈ ਸੀ। ਪਹਿਲਾਂ ਜਾ ਕੇ ਲੰਗਰ ਦੇ ਵਿੱਚੋਂ ਖਾਣਾ ਖਾਧਾ ਹੈ, ਫਿਰ ਕਹਿੰਦੇ ਨੇ ਕਿ ਸਤਿਗੁਰਾਂ ਦੇ ਦਰਵਾਜ਼ੇ ਤੇ ਦਰਸ਼ਨ ਕਰਨ ਦੇ ਵਾਸਤੇ ਗਿਆ। जिसके हृदय प्रेम बहु जागा, जागण लगे भाल के भागा। कवि जी लिखते ने कि जिस पंडित दे हृदय दे विच बड़ा प्रेम जागया है और जिस पंडित दे मत्थे दे भाग जागण वाले ने फिर सतगुरां दे दर्शन करन दे वास्ते पहुंचे। दर्शन करियो जाए कर जबै, प्रेम अधीन परियो पद तबै। ਦਰਸ਼ਨ ਜਾ ਕੇ ਜਦੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੀਤਾ, ਪ੍ਰੇਮ ਦੇ ਅਧੀਨ ਹੋ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਡਿੱਗਿਆ। ਸਤਿਗੁਰ ਨੇ ਬੂਝਿਓ ਦਿਜ ਕਹੋ, ਕਿਤ ਤੇ ਆਏ ਦਰਸ ਕੋ ਲਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੰਡਤ ਨੂੰ ਆਖਿਆ, ਹੈ ਪੰਡਤ ਜੀ ਕਿੱਥੋਂ ਆਏ ਹੋ? ਕਿਤ ਤੇ ਆਏ ਦਰਸ ਕੋ ਲਹੋ, ਤੁਸੀਂ ਕਿਸ ਜਗ੍ਹਾ ਤੋਂ ਦਰਸ਼ਨ ਕਰਨ ਦੇ ਵਾਸਤੇ ਆਏ ਹੋ? सुन खेडे ने सरब बिरतांत, बेदत गोपत सब कह बखियात। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ, ਉਸ ਵੇਲੇ ਖੇਡੇ ਪੰਡਤ ਨੇ ਆਪਣਾ ਸਾਰਾ ਬਿਰਤਾਂਤ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਮੈਂ ਤੁਹਾਡਾ ਦਰਸ਼ਨ ਕਰਨ ਦੇ ਵਾਸਤੇ ਆਇਆ ਸੀ ਤੇ ਕਿਉਂ ਮੁੜ ਗਿਆ। ਸਾਰਾ ਕੁਝ ਜੋ ਹੋਇਆ ਸੀ ਉਹ ਦੱਸ ਦਿੱਤਾ। मन गिलान कर मैं उठ गयो, दारुन दरस काल का पयो। कहता है कि कल मैं ਗਿਲਾਨਤਾ ਕਰਕੇ ਇੱਥੋਂ ਉੱਠ ਕੇ ਚਲਾ ਗਿਆ ਸੀ ਤੇ ਰਸਤੇ ਦੇ ਵਿੱਚ ਕਹਿੰਦਾ ਹੈ ਕਿ ਮੈਨੂੰ ਦੇਵੀ ਨੇ ਬੜੇ ਭਿਆਨਕ ਰੂਪ ਦੇ ਵਿੱਚ ਦਰਸ਼ਨ ਦਿੱਤਾ। ਤੁਮਰੋ ਭੇਵ ਬਤਾਇਓ ਸਾਰੋ, ਹਟ ਆਇਓ ਮੈਂ ਸ਼ਰਨ ਤੁਹਾਰੋ। ਕਹਿੰਦਾ ਕਿ ਦੇਵੀ ਨੇ ਦਰਸ਼ਨ ਦੇ ਕੇ ਮੈਨੂੰ ਸਾਰਾ ਤੁਹਾਡਾ ਭੇਦ ਦੱਸਿਆ ਹੈ ਕਿ ਤੁਸੀਂ ਪਰਮੇਸ਼ਰ ਦਾ ਅਵਤਾਰ ਹੋ। ਇਸ ਕਰਕੇ ਇਸ ਵੇਲੇ ਮੈਂ ਮੁੜ ਕੇ ਤੁਹਾਡੀ ਚਰਨ ਸਰਣ ਦੇ ਵਿੱਚ ਪਹੁੰਚਿਆ ਹਾਂ, ਤੁਹਾਡਾ ਦਰਸ਼ਨ ਆਣ ਕੇ ਕੀਤਾ ਹੈ। ਅਬ ਮੇਰੇ ਪਰ ਜੇ ਤੁਮ ਦਇਆ, ਸੁਪਨੇ ਮੇ ਦੇਵੀ ਕਹਿ ਦਇਆ। ਕਹਿੰਦਾ ਹੈ ਕਿ ਦਇਆ ਕਰਕੇ ਦੇਵੀ ਨੇ ਮੈਨੂੰ ਸੁਪਨੇ ਦੇ ਵਿੱਚ ਦਰਸ਼ਨ ਦਿੱਤਾ। ਕੁਪਤ ਰੂਪ ਤਬ ਹੀਰਨ ਕਰਿਓ, ਸੁਣੇ ਬਾਕ ਜਿਸ ਕੇ ਮੈਂ ਮੁਰਿਓ। ਬੜਾ ਕਹਿੰਦਾ ਹੈ ਕਿ ਭਿਆਨਕ ਰੂਪ ਦੇਵੀ ਨੇ ਮੈਨੂੰ ਦਿਖਾਇਆ, ਫਿਰ ਉਹਨਾਂ ਦੇ ਵਾਕ ਮੈਂ ਸੁਣੇ ਤਾਂ ਮੈਂ ਤੁਹਾਡੇ ਕੋਲ ਪਹੁੰਚਿਆ ਹਾਂ। ਕਹਿੰਦਾ ਸੋ ਸਰੂਪ ਜਗ ਮਾਤ ਮਹਾਬਰ, ਭਈ ਕੇ ਨਹੀਂ ਪ੍ਰਸੰਨ ਮੋਹਿ ਪਰ। ਕਹਿੰਦਾ ਕਿ ਸੱਚੇ ਪਾਤਸ਼ਾਹ ਮੈਨੂੰ ਹੁਣ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਜਿਹੜੀ ਮਾਤਾ ਨੇ ਮੈਨੂੰ ਦਰਸ਼ਨ ਦਿੱਤਾ, ਮੇਰੇ ਨਾਲ ਬਚਨ ਕੀਤੇ, ਉਹ ਮੇਰੇ ਇਸ ਕੰਮ ਕਰਨ ਤੇ ਪ੍ਰਸੰਨ ਹੋਈ ਹੈ ਕਿ ਨਹੀਂ ਹੋਈ। ਮੈਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿਉਂਕਿ ਮੈਂ ਉਹਨਾਂ ਦੇ ਹੁਕਮ ਨੂੰ ਮੰਨਿਆ, ਤੁਹਾਡੇ ਆਣ ਕੇ ਦਰਸ਼ਨ ਕੀਤੇ, ਪਰ ਮੈਂ ਕਿਸ ਤਰ੍ਹਾਂ ਜਾਣ ਸਕਦਾ ਹਾਂ ਕਿ ਦੇਵੀ ਮਾਤਾ ਮੇਰੇ ਤੇ ਪ੍ਰਸੰਨ ਹੋਈ ਹੈ ਕਿ ਨਹੀਂ ਹੋਈ। ਤੇ ਕਹਿੰਦਾ ਜੇ ਤੁਸੀਂ ਹੁਣ ਮੇਰੇ ਤੇ ਮਿਹਰਬਾਨ ਹੋ, ਮੇਰੇ ਤੇ ਦਇਆ ਧਾਰਨ ਕਰਦੇ ਹੋ ਤੇ ਮੈਨੂੰ ਉਹ ਰੂਪ ਦਿਖਾ ਦਿਓ। ਇਹ ਸੰਦੇਹ ਮਹਾਯੁਰ ਮੇਰੇ, ਮਿਟੈ ਨ ਬਿਨਾ ਭਗਵਤੀ ਹੇਰੇ। ਕਹਿੰਦਾ ਕਿ ਇਹ ਮਨ ਦੇ ਵਿੱਚ ਜਿਹੜਾ ਸ਼ੰਕਾ ਹੈ, ਜਿਹੜਾ ਸੰਦੇਹ ਹੈ, ਇਹ ਓਨਾ ਚਿਰ ਦੂਰ ਨਹੀਂ ਹੋ ਸਕਦਾ ਜਿੰਨਾ ਚਿਰ ਮੈਂ ਦੇਵੀ ਦੇ ਦੁਆਰਾ ਦਰਸ਼ਨ ਨਹੀਂ ਕਰ ਲੈਂਦਾ। ਤੁਮ ਸਮਰਥ ਸਭ ਰੀਤ ਮਹਾਨ, ਕਿਰਪਾ ਕਰੋ ਸੰਸੈ ਔਰ ਹਨਾ। ਖੇਡਾ ਪੰਡਤ ਕਹਿੰਦਾ ਕਿ ਤੁਸੀਂ ਸਮਰੱਥ ਹੋ, ਤੁਸੀਂ ਮਹਾਨ ਹੋ, ਤੁਸੀਂ ਪਰਿਪੂਰਨ ਹੋ, ਕਿਰਪਾ ਕਰਕੇ ਮੇਰੇ ਇਸ ਸ਼ੰਕੇ ਨੂੰ ਨਿਵਰਤ ਕਰ ਦਿਓ। ਸੁਣ ਸਿਰ ਸਤਿਗੁਰ ਬਿਕਸੇ ਭਾਖਿਓ, ਇਮ ਪੀ ਹੋਏ ਜਥਾ ਅਭਿਲਾਖਿਓ। ਪੰਡਤ ਦੀਆਂ ਗੱਲਾਂ ਨੂੰ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਕਸੇ, ਪ੍ਰਸੰਨ ਹੋਏ ਤੇ ਬਚਨ ਕੀਤਾ
ਕਹਿੰਦੇ ਨੇ ਪੰਡਤ ਜੀ ਤੁਹਾਡੇ ਮਨ ਦੀ ਜਿਹੜੀ ਇਹ ਇੱਛਾ ਹੈ ਨਾ ਇਹ ਵੀ ਜ਼ਰੂਰ ਪੂਰੀ ਹੋਏਗੀ। ਸ਼ਕਤ ਨਾਇਸ ਜੋ ਦੁਰਗਾ ਹੇਰ ਹੋਏ ਬਿਦਤ ਠਹਿਰੇ ਨਾ ਅਗੇਰੈ। ਗੁਰੂ ਜੀ ਕਹਿੰਦੇ ਨੇ ਪੰਡਤ ਜੀ ਤੁਹਾਡੇ ਮਨ ਦੀ ਇੱਛਾ ਨੂੰ ਪੂਰਿਆਂ ਤੇ ਜ਼ਰੂਰ ਕਰ ਦਿਆਂਗੇ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਵਿੱਚ ਇੰਨੀ ਸਮਰੱਥਾ ਨਹੀਂ ਹੈ, ਤੇਰੇ ਵਿੱਚ ਇੰਨੀ ਸ਼ਕਤੀ ਨਹੀਂ ਹੈ ਕਿ ਤੂੰ ਦੁਰਗਾ ਦਾ ਦਰਸ਼ਨ ਕਰ ਸਕੇ। ਹੋਏ ਬਿਦਤ ਠਹਿਰੇ ਨਾ ਅਗੇਰੇ, ਕਹਿੰਦੇ ਨੇ ਕਿ ਜੇ ਦੇਵੀ ਤੇਰੇ ਸਾਹਮਣੇ ਸਾਖਿਆਤ ਪ੍ਰਗਟ ਹੋ ਗਈ ਤੇ ਤੂੰ ਉਹਦੇ ਸਾਹਮਣੇ ਖੜਾ ਨਹੀਂ ਰਹਿ ਸਕੇ। ਇਸ ਗਤ ਕੋ ਔਰ ਲੈ ਹੋ ਵਿਚਾਰੀ ਸੁਣ ਖੇਡੇ ਪੁਣ ਗਿਰਾ ਉਚਾਰੀ। ਕਹਿੰਦੇ ਨੇ ਦਰਸ਼ਨ ਕਰਾ ਦਿਆਂਗੇ, ਪਰ ਦੇਵੀ ਦਾ ਦਰਸ਼ਨ ਕਰਕੇ ਤੂੰ ਸਥਿਰ ਨਹੀਂ ਰਹਿ ਸਕਦਾ, ਤੂੰ ਡਰ ਜਾਏਗਾ ਔਰ ਡਿੱਗ ਪਏਗਾ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਖੇਡੇ ਪੰਡਤ ਨੇ ਸੁਣਿਆ ਤੇ ਅੱਗੋਂ ਇਸ ਤਰ੍ਹਾਂ ਕਿਹਾ, ਕਹਿੰਦਾ ਜੀ ਕਰਨਾ ਕਰੋ ਦਿਖਾਵੋ ਮੋਹੀ ਸਹੋਂ ਸਕਲ ਹੀ ਜਬ ਗਤ ਹੋਹੀ। ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਕਰਨਾ ਕਰੋ, ਤੁਸੀਂ ਦਇਆ ਕਰਕੇ ਦੇਵੀ ਦਾ ਦਰਸ਼ਨ ਕਰਾ ਦਿਓ, ਜਿਵੇਂ ਵੀ ਹੋਵੇਗਾ ਮੈਂ ਸਾਰਾ ਕੁਝ ਸਹਿ ਲਵਾਂਗਾ। ਜਸ ਗਤ ਹੋਹੀ ਕਹਿਣ ਤੋਂ ਭਾਵ ਕਿ ਜਿਸ ਤਰ੍ਹਾਂ ਦੀ ਦਸ਼ਾ ਹੋਵੇਗੀ ਮੈਂ ਉਸੇ ਤਰ੍ਹਾਂ ਦੀ ਦਸ਼ਾ ਨੂੰ ਸਹਾਰ ਲਾਂਗਾ। ਸ੍ਰੀ ਪ੍ਰਭ ਬੱਲੋ ਸੰਗ ਬਖਾਨਾ ਇਸਕੇ ਗਹੋ ਪਾਨ ਮੈਂ ਪਾਨਾ। ਉਸ ਵੇਲੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਜ਼ੂਰੀ ਸੇਵਕ ਭਾਈ ਬੱਲੂ ਨੂੰ ਆਖਿਆ, ਭਾਈ ਬੱਲੂ ਇਸ ਪੰਡਤ ਦੇ ਹੱਥ ਨੂੰ ਆਪਣੇ ਹੱਥ ਦੇ ਵਿੱਚ ਫੜ ਲੈ। ਅਬ ਲੈ ਜਾਓ बीच चौबारे जग माता को दर्श निहारे। ਕਹਿੰਦੇ ਨੇ ਭਾਈ ਬੱਲੂ ਪੰਡਤ ਨੂੰ ਚੁਬਾਰੇ ਦੇ ਵਿੱਚ ਲੈ ਜਾ ਔਰ ਉੱਥੇ ਜਾ ਕੇ ਇਹ ਦੇਵੀ ਦਾ ਦਰਸ਼ਨ ਕਰ ਲਵੇ। ਸੋਹਣੇ ਆਗਿਆ ਬੱਲੂ ਗਹਿ ਕਰ ਕੋ ਅੰਤਰ ਜਾਏ ਦਿਖਾਇਓ ਘਰ ਕੋ। ਸੁਣ ਕੇ ਆਗਿਆ ਨੂੰ ਬੱਲੂ ਨੇ ਪੰਡਤ ਦੇ ਹੱਥ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਹੈ ਔਰ ਫੇਰ ਘਰ ਦੇ ਅੰਦਰ ਲੈ ਗਿਆ, ਦਿਖਾਇਆ ਘਰ ਦਾ ਵਿਹੜਾ। ਅਜੇ ਚੁਬਾਰੇ ਦੇ ਵਿੱਚ ਨਹੀਂ ਪਹੁੰਚੇ। ਦੇਖਿਓ ਦਿਪਤ ਤੇਜ ਰਵ ਜੈਸਾ ਆਸਤਰ ਬਾਸਤਰ ਤੇ ਸ਼ੁਭਤ ਵਸ਼ੇਸ਼ਾ। ਜਦੋਂ ਹੀ ਵਿਹੜੇ ਦੇ ਵਿੱਚ ਪਹੁੰਚਿਆ ਹੈ ਤੇ ਬਹੁਤ ਵੱਡਾ ਤੇਜ ਪ੍ਰਕਾਸ਼ ਇਸ ਤਰ੍ਹਾਂ ਦਾ ਦੇਖਿਆ ਜਿਵੇਂ ਕਿ ਸੂਰਜ ਦਾ ਤੇਜ ਹੋਵੇ। ਆਸਤਰ ਸ਼ਾਸਤਰ ਤੇ ਸ਼ੁਭਤ ਵਿਸ਼ੇਸ਼ਾ, ਦੇਵੀ ਦਾ ਦਰਸ਼ਨ ਹੋਇਆ ਜਿਹੜੀ ਕਿ ਅਸਤਰਾਂ ਤੇ ਸ਼ਸਤਰਾਂ ਦੇ ਨਾਲ ਸਜੀ ਹੋਈ ਹੈ। ਕਿਉਂਕਿ ਦੋ ਪ੍ਰਕਾਰ ਦੇ ਹਥਿਆਰ ਮੰਨੇ ਜਾਂਦੇ ਨੇ, ਇੱਕ ਹੁੰਦੇ ਨੇ ਸ਼ਸਤਰ, ਇੱਕ ਇਹਨਾਂ ਨੂੰ ਆਖਿਆ ਜਾਂਦਾ ਹੈ ਅਸਤਰ। ਸ਼ਸਤਰ ਉਹ ਹਥਿਆਰ ਹੁੰਦੇ ਨੇ ਜਿਨ੍ਹਾਂ ਨੂੰ ਹੱਥ ਦੇ ਵਿੱਚ ਫੜ ਕੇ ਹੱਥੋਂ ਛੱਡਿਆ ਨਹੀਂ ਜਾਂਦਾ, ਉਸੇ ਤਰ੍ਹਾਂ ਚਲਾਇਆ ਜਾਂਦਾ ਹੈ ਜਿਸ ਤਰ੍ਹਾਂ ਤਲਵਾਰ ਹੋਈ ਜਾਂ ਗਦਾ ਹੋਈ। ਪਰ ਇਸ ਤੋਂ ਇਲਾਵਾ ਅਸਤਰ ਉਹਨਾਂ ਹਥਿਆਰਾਂ ਨੂੰ ਆਖਿਆ ਜਾਂਦਾ ਹੈ ਜਿਹੜੇ ਦੂਰੋਂ ਚਲਾਏ ਜਾਂਦੇ ਨੇ, ਜਿਵੇਂ ਕਿ ਤੀਰ ਛੱਡ ਦਿੱਤਾ ਜਾਂਦਾ ਹੈ, ਦੂਰ ਜਾ ਕੇ ਲੱਗਦਾ ਹੈ। ਸੁਦਰਸ਼ਨ ਚੱਕਰ ਨੂੰ ਵੀ ਛੱਡ ਦਿੱਤਾ ਜਾਂਦਾ ਹੈ, ਦੂਰ ਜਾ ਕੇ ਵਾਰ ਕਰਦਾ ਹੈ। ਇਸ ਤਰ੍ਹਾਂ ਦੇ ਜਿਹੜੇ ਹਥਿਆਰ ਹੁੰਦੇ ਨੇ ਉਹਨਾਂ ਨੂੰ ਅਸਤਰ ਆਖਿਆ ਜਾਂਦਾ ਹੈ ਜਿਹੜੇ ਦੂਰੋਂ ਚਲਾਏ ਜਾਂਦੇ ਨੇ, ਤੇ ਜਿਹੜੇ ਹੱਥ ਦੇ ਵਿੱਚ ਫੜ ਕੇ ਚਲਾਏ ਜਾਂਦੇ ਨੇ ਉਹਨਾਂ ਨੂੰ ਸ਼ਸਤਰ ਆਖਿਆ ਜਾਂਦਾ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਦੇਵੀ ਦਾ ਇਸ ਤਰ੍ਹਾਂ ਦਾ ਦਰਸ਼ਨ ਹੋਇਆ ਜਿਹੜੀ ਕਿ ਅਸਤਰਾਂ ਤੇ ਸ਼ਸਤਰਾਂ ਦੇ ਨਾਲ ਸਜੀ ਹੋਈ। ਅਸ਼ਟ ਪੂਜੀ ਜਬ ਦੇਖਣ ਕਰੀ ਦੇਜ ਬਰ ਨੇ ਸੁਧ ਬੁੱਧ ਸਭ ਹਰੀ। 8 ਬਾਹਾਂ ਵਾਲੀ ਦੇਵੀ ਦਾ ਜਦੋਂ ਉਸ ਖੇਡੇ ਪੰਡਤ ਨੇ ਦਰਸ਼ਨ ਕੀਤਾ ਤੇ ਮਾਨੋ ਕਿ ਸਾਰੀ ਸੁਧ ਬੁੱਧ ਹਰੀ ਗਈ। ਵਿਆਕਲ ਹੋਏ ਧਰਨ ਗਿਰ ਪਰਿਓ ਮੁਰਛਤ ਪਰਿਓ ਪ੍ਰਾਣ ਜਨ ਹਰਿਓ। ਵਿਆਕਲ ਹੋ ਕੇ ਬੇਹਬਲ ਹੋ ਕੇ ਧਰਤੀ ਦੇ ਉੱਤੇ ਡਿੱਗ ਪਿਆ ਹੈ, ਬੇਹੋਸ਼ ਹੋ ਕੇ ਪੰਡਤ ਮਾਨੋ ਕਿ ਇਸ ਤਰ੍ਹਾਂ ਡਿੱਗਾ ਪਿਆ ਹੈ ਬੇਹੋਸ਼ੀ ਦੀ ਹਾਲਤ ਦੇ ਵਿੱਚ, ਜਿਸ ਤਰ੍ਹਾਂ ਮਾਨੋ ਪ੍ਰਾਣ ਹੀ ਨਿਕਲ ਗਏ ਹੋਣ। ਗ੍ਰੰਥਾਂ ਦੇ ਵਿੱਚ ਇੱਥੋਂ ਤੱਕ ਲਿਖਿਆ ਹੋਇਆ ਹੈ ਕਿ ਦੇਵੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦੁਆਰੇ ਦੇ ਉੱਤੇ ਝਾੜੂ ਕਰਿਆ ਕਰਦੀ ਸੀ, ਝਾੜੂ ਦਿੰਦੀ ਸੀ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਵਿਹੜੇ ਦੇ ਵਿੱਚ ਇਸ ਤਰ੍ਹਾਂ ਦੇਵੀ ਦਾ ਦਰਸ਼ਨ ਉਸ ਪੰਡਤ ਨੂੰ ਹੋਇਆ ਤੇ ਦਰਸ਼ਨ ਕਰਕੇ ਉਹ ਬੇਹੋਸ਼ ਹੋ ਗਿਆ, ਕਿਉਂਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ
ਪਹਿਲਾਂ ਹੀ ਪੰਡਤ ਨੂੰ ਆਖਿਆ ਸੀ, ਪੰਡਤ ਜੀ ਦਰਸ਼ਨ ਤੇ ਹੋ ਜਾਏਗਾ, ਪਰ ਦਰਸ਼ਨ ਸਹਾਰ ਨਹੀਂ ਸਕੋਗੇ। ਬੱਲੂ ਨੇ ਸੁਧ ਸਰਬ ਸੁਨਾਈ, ਗੁਰੂ ਕਯੋ ਲੈ ਆਓ ਉਠਾਈ। ਦੌੜਦਾ ਹੋਇਆ ਭਾਈ ਬੱਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਹੈ ਔਰ ਸਾਰੀ ਹਾਲਾਤ ਤੋਂ ਜਾਣੂ ਕਰਾਇਆ ਕਿ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਹੋਇਆ ਜਦੋਂ ਦੇਵੀ ਦਾ ਦਰਸ਼ਨ ਕੀਤਾ ਪੰਡਤ ਨੇ ਤੇ ਬੇਹੋਸ਼ ਹੋ ਗਿਆ, ਉਹ ਧਰਤੀ ਤੇ ਡਿੱਗ ਪਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਲੈ ਆਓ ਉਠਾਈ, ਜਾ ਕੇ ਉਸ ਨੂੰ ਚੁੱਕ ਕੇ ਲੈ ਆਓ। ਤਿੰਨ ਬਲ ਕਰਕੇ ਤਾਹੇ ਉਠਾਵਾ, ਆਣ ਪ੍ਰਭੂ ਕੇ ਪਾਇਨ ਪਾਵਾ। ਭਾਈ ਬੱਲੂ ਵਾਪਸ ਪਹੁੰਚਿਆ, ਪੰਡਤ ਨੂੰ ਗਲਵਕੜੀ ਦੇ ਵਿੱਚ ਲੈ ਕੇ ਜ਼ੋਰ ਦੇ ਨਾਲ ਚੁੱਕ ਕੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਲੈ ਆਇਆ। ਸਤਿਗੁਰਾਂ ਦੇ ਚਰਨਾਂ ਦੇ ਅੱਗੇ ਆਣ ਕੇ ਲਿਟਾ ਦਿੱਤਾ। ਪਿਖ ਸ੍ਰੀ ਅਮਰਦਾਸ ਤਿਸ ਕਾਲਾ, ਗਹਿ ਕੇ ਚਿਬੁਕ ਉਠਾਏ ਬਿਠਾਲਾ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਉਸ ਪੰਡਤ ਨੂੰ ਦੇਖਿਆ ਤੇ ਫਿਰ ਠੋਡੀ ਤੋਂ ਫੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਚਾ ਚੁੱਕਿਆ ਤੇ ਉਸ ਨੂੰ ਬਿਠਾ ਦਿੱਤਾ। ਮਨੋ ਮਿਰਤਕ ਪਾ ਪੁਨੈ ਜਿਵਾਇਓ, ਖੁੱਲੇ ਨੇਤਰ ਗੁਰ ਦਰਸ਼ਨ ਪਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਨ ਨੂੰ ਮਰਿਆ ਪਿਆ ਸੀ, ਜਿਸ ਤਰ੍ਹਾਂ ਉਹਦੇ ਵਿੱਚ ਦੁਬਾਰਾ ਪ੍ਰਾਣ ਪੈ ਗਏ ਹੋਣ, ਇਸ ਤਰ੍ਹਾਂ ਉੱਠ ਕੇ ਬੈਠਿਆ। ਜਦੋਂ ਅੱਖਾਂ ਨੂੰ ਖੋਲਿਆ ਤੇ ਸਾਹਮਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ। ਦੇਖ ਪ੍ਰਭਾਵ ਚਕਤ ਚਿਤ ਰਹਿਓ, ਕਰ ਜੋਰਤ ਗੁਰ ਸੋ ਬਚ ਕਹਿਓ। ਦੇਖ ਕੇ ਪ੍ਰਭਾਵ ਨੂੰ ਸਤਿਗੁਰਾਂ ਦੇ ਨੂੰ ਚਕਰਤ ਹੋ ਗਿਆ ਔਰ ਹੱਥ ਜੋੜ ਕੇ ਉਸ ਵੇਲੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੰਡਤ ਨੇ ਇਸ ਤਰ੍ਹਾਂ ਅਰਜ਼ ਕੀਤੀ, ਦੇਹੋ ਸ਼ਰਨ ਕਰੀਐ ਨਿਜ ਦਾਸ, ਬਣੋ ਕਿਰਤਾਰਥ ਪੂਰੋ ਆਸ। ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਦੇ ਵਿੱਚ ਆਸਰਾ ਦਿਓ, ਕਿਰਪਾ ਕਰਕੇ ਆਪਣਾ ਦਾਸ ਬਣਾ ਲਓ, ਮੈਨੂੰ ਕਿਰਤਾਰਥ ਕਰ ਦਿਓ, ਮੈਨੂੰ ਨਿਹਾਲ ਕਰ ਦਿਓ, ਮੇਰੇ ਦਾਸ ਦੀ ਆਸ਼ਾ ਨੂੰ ਪੂਰਨ ਕਰੋ। ਬਿਕਸੇ ਸਤ ਗੁਰ ਬਹੁਰ ਉਚਾਰਾ, ਸੁਣ ਖੇਡਾ ਤੂੰ ਦਾਸ ਹਮਾਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਖੇਡੇ ਪੰਡਤ ਦੀ ਅਰਜ਼ ਨੂੰ ਸੁਣ ਕੇ ਮੁਸਕਰਾਏ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸੁਣ ਖੇਡਾ ਤੂੰ ਹਮਾਰਾ ਦਾਸ। ਹੇ ਪੰਡਤ ਖੇਡਾ, ਤੂੰ ਤੇ ਸਾਡਾ ਪਹਿਲਾਂ ਹੀ ਦਾਸ। ਕਰੋ ਸਦਾ ਦੇਵੀ ਕੀ ਸੇਵਾ, ਜਪ ਵਾਹਿਗੁਰੂ ਮੰਤਰ ਗੁਰ ਦੇਵਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੇਵੀ ਦੀ ਪਿੱਛੇ ਬਹੁਤ ਜ਼ਿਆਦਾ ਤੂੰ ਸੇਵਾ ਕੀਤੀ ਹੈ। ਕਹਿੰਦੇ ਨੇ ਹੁਣ ਵਾਹਿਗੁਰੂ ਦਾ ਜਿਹੜਾ ਨਾਮ ਮੰਤਰ ਹੈ ਨਾ, ਉਸ ਦਾ ਜਾਪ ਕਰ। ਮਿਲੈ ਜੋ ਤੋਹਿ ਦੇਹੋ ਉਪਦੇਸ਼ਾ, ਸਿੱਖੀ ਕੋ ਬਿਸਤਾਰ ਬਸ਼ੇਸ਼ਾ। ਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਤੈਨੂੰ ਮਿਲੇ ਉਸ ਨੂੰ ਨਾਮ ਦਾ ਉਪਦੇਸ਼ ਦੇ ਔਰ ਸਿੱਖੀ ਦਾ ਜਿਹੜਾ ਰਸਤਾ ਹੈ ਨਾ, ਇਸ ਦਾ ਬਹੁਤ ਜ਼ਿਆਦਾ ਵਿਸਥਾਰ ਕਰ, ਇਸ ਨੂੰ ਲੰਮਿਆ ਕਰ। ਇਮ ਕਹਿ ਕਿਰਪਾ ਦ੍ਰਿਸ਼ਟ ਸੋਹੇਰਾ, ਉਪਜਿਓ ਬ੍ਰਹਮ ਗਿਆਨ ਤਿਸ ਬੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੇ ਬਚਨ ਕਰਕੇ ਮੇਰ ਦੀ ਨਜ਼ਰ ਦੇ ਨਾਲ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਪੰਡਤ ਨੂੰ ਦੇਖਿਆ ਤੇ ਉਸ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੇਖਣ ਦੇ ਨਾਲ ਹੀ ਬ੍ਰਹਮ ਗਿਆਨ ਪੈਦਾ ਹੋ ਗਿਆ। ਕਿਉਂਕਿ ਕਿਰਪਾ ਦ੍ਰਿਸ਼ਟ ਅਵਲੋਕਨ ਕਰਿਓ, ਦਾਸ ਕਾ ਦੁੱਖ ਵਿਦਾਰਿਓ। ਗੁਰਬਾਣੀ ਇਸ ਤਰ੍ਹਾਂ ਕਹਿੰਦੀ ਹੈ ਕਿ ਸਤਿਗੁਰੂ ਦੀ ਮਿਹਰ ਦੀ ਨਜ਼ਰ ਪੈਣ ਦੀ ਦੇਰ ਹੈ ਕਿ ਦਾਸ ਦੇ ਸਾਰੇ ਜਿਹੜੇ ਸੰਕਟ ਨੇ ਨਾ, ਉਹ ਦੂਰ ਹੋ ਜਾਂਦੇ ਨੇ। ਮਿਹਰ ਦੀ ਨਜ਼ਰ ਦੇ ਨਾਲ ਸਤਿਗੁਰਾਂ ਨੇ ਜਦੋਂ ਹੀ ਪੰਡਤ ਨੂੰ ਤੱਕਿਆ, ਕਵੀ ਜੀ ਕਹਿੰਦੇ ਨੇ ਬ੍ਰਹਮ ਗਿਆਨ ਪੈਦਾ ਹੋ ਗਿਆ। ਕਰ ਅਜ਼ਮਤ ਜੋਤ ਦੀਨ ਬਿਦਾਈ, ਰਾਮ ਨਾਮ ਕੀ ਔਰ ਲਿਵ ਲਾਈ। ਪੰਡਤ ਕਰਾਮਾਤਾਂ ਦੇ ਨਾਲ, ਅਜ਼ਮਤਾਂ ਦੇ ਨਾਲ ਭਰਪੂਰ ਹੋ ਗਿਆ। ਫਿਰ ਸਤਿਗੁਰਾਂ ਨੇ ਉਸ ਨੂੰ ਵਧਾਈਗੀ ਦਿੱਤੀ ਹੈ, ਰਾਮ ਨਾਮ ਔਰ ਕੀ ਲਿਵ ਲਾਈ। ਰਾਮ ਦੇ ਸੱਚੇ ਨਾਮ ਦੀ ਲਿਵ ਜਿਹੜੀ ਸੀ ਨਾ, ਉਹ ਜੁੜ ਗਈ। ਭੋਗਤ ਮੁਕਤ ਲੈ ਘਰ ਕੋ ਗਇਓ, ਨਾਰੀ ਅਨੇਕ ਕੋ ਸੰਕਟ ਹਯੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਭੁਗਤੀ ਨੂੰ ਤੇ ਮੁਕਤੀ ਨੂੰ ਲੈ ਕੇ ਆਪਣੇ ਘਰ ਦੇ ਵਿੱਚ ਵਾਪਸ ਪਰਤਿਆ ਹੈ ਔਰ ਅਨੇਕਾਂ ਹੀ ਮਨੁੱਖਾਂ ਦੇ ਸੰਕਟਾਂ ਨੂੰ ਉਸ ਨੇ ਫਿਰ ਦੂਰ ਕੀਤਾ ਸਤਿਗੁਰਾਂ ਦੀ ਕਿਰਪਾ ਦੇ ਨਾਲ। ਜਿਨ ਨਿਜ ਸੰਗਤ ਤਿਸ ਕੀ ਕੀਨ, ਤਿਨੋ ਨਹੀਂ ਜਮ ਕੋ ਦੁਖ ਲੀਨ। ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਜਿਨ੍ਹਾਂ ਮਨੁੱਖਾਂ ਨੇ ਉਸ ਤੋਂ ਬਾਅਦ ਉਸ ਖੇਡੇ ਪੰਡਤ ਦੀ ਸੰਗਤ ਕੀਤੀ, ਉਹਨਾਂ ਨੂੰ ਮਾਨੋ ਕਿ ਜਮਾਂ ਦੇ ਦੁੱਖ ਨਹੀਂ ਹੋਏ। ਸਤਿਗੁਰ ਕੀ ਸਿੱਖੀ ਬਿਰਧਾਈ, ਦਰਸ਼ਨ ਪਰਸੈ ਕਬ ਕਬ ਆਈ। ਕਵੀ ਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਉਸ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਦੇ ਵਿੱਚ ਵਾਧਾ ਕੀਤਾ। ਕਦੇ ਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਉਹ ਆਉਂਦਾ ਰਿਹਾ। ਹੁਣ 2-3 ਸਾਖੀਆਂ ਇਸੇ ਤਰ੍ਹਾਂ ਦੀਆਂ ਆਈਆਂ ਨੇ। ਮਾਈ ਦਾਸ ਵੈਸ਼ਨੋ ਦੀ ਸਾਖੀ ਆਈ ਹੈ, ਮਥੋ ਮੁਰਾਰੀ ਦੀ ਆਈ ਹੈ, ਇਸ ਤੋਂ ਇਲਾਵਾ ਇਸ ਖੇਡੇ ਪੰਡਤ ਦੀ ਆਈ ਹੈ। ਹੁਣ ਜਿੰਨੇ ਵੀ ਇਸ ਤਰ੍ਹਾਂ ਦੇ ਸਿੱਖ ਨੇ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਿਆਨ ਦਿੰਦੇ ਨੇ ਔਰ ਇਹ ਹੁਕਮ ਕਰਦੇ ਨੇ ਕਿ ਤੁਸੀਂ ਸਿੱਖੀ ਦੇ ਵਿੱਚ ਵਾਧਾ ਕਰੋ, ਇਹਨਾਂ ਦੀ ਇਤਿਹਾਸ ਦੇ ਵਿੱਚ ਇੱਕ ਵੱਖਰੀ ਜਗ੍ਹਾ ਹੈ। ਕਿਉਂਕਿ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਕਿਰਪਾ ਕਰਕੇ ਨਿਵਾਜਿਆ, ਉਹਨਾਂ ਨੂੰ ਇਤਿਹਾਸਕਾਰਾਂ ਨੇ ਮੰਜੀ ਦਾ ਖਿਤਾਬ ਲਿਖਿਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੰਜੀ ਦਾ ਖਿਤਾਬ ਦਿੰਦੇ ਸਨ। ਇਤਿਹਾਸ ਦੇ ਵਿੱਚ 22 ਮੰਜੀਆਂ ਮੰਨੀਆਂ ਗਈਆਂ ਨੇ। ਮੰਜੀ ਤੋਂ ਭਾਵ ਇੱਕ ਇਸ ਤਰ੍ਹਾਂ ਦੀ ਉਪਾਧੀ ਹੈ ਜਿਸ ਤਰ੍ਹਾਂ ਮੰਨ ਲਓ ਕਿ ਅੱਜ ਕੱਲ੍ਹ ਸੂਬੇ ਥਾਪੇ ਜਾਂਦੇ ਨੇ ਕਿ ਧਰਮ ਦਾ ਪ੍ਰਚਾਰ ਕਰਨ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਮੁੱਖ 22 ਪ੍ਰਚਾਰਕ ਸਥਾਪਨ ਕੀਤੇ ਧਰਮ ਦਾ ਪ੍ਰਚਾਰ ਕਰਨ ਦੇ ਵਾਸਤੇ। ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ 22 ਸੂਬਿਆਂ ਦੀ ਸਥਾਪਨਾ ਕੀਤੀ ਧਰਮ ਦਾ ਪ੍ਰਚਾਰ ਕਰਨ ਦੇ ਵਾਸਤੇ। ਇਸੇ ਤਰੀਕੇ ਦੇ ਨਾਲ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ 22 ਧਰਮ ਪ੍ਰਚਾਰਕ ਆਦਮੀਆਂ ਦੀ ਸਥਾਪਨਾ ਕੀਤੀ। ਜਿਸ ਤਰ੍ਹਾਂ ਸੂਬੇ ਆਖਿਆ ਜਾਂਦਾ, ਉਸ ਵੇਲੇ ਇਹਨਾਂ ਨੂੰ ਮੰਜੀ ਆਖਿਆ ਜਾਂਦਾ ਸੀ, ਮੰਜੀ ਦਾ ਖਿਤਾਬ ਦਿੱਤਾ ਜਾਂਦਾ ਸੀ। ਇਤਿਹਾਸ ਦੇ ਵਿੱਚ 22 ਮੰਜੀਆਂ ਮੰਨੀਆਂ ਗਈਆਂ ਨੇ ਕਿ 22 ਧਰਮ ਪ੍ਰਚਾਰਕ ਸਤਿਗੁਰਾਂ ਨੇ ਸਥਾਪਿਤ ਕੀਤੇ। ਹੁਣ ਜਿਹੜੇ ਵਿਦਵਾਨਕਾਰ ਨੇ, ਇਤਿਹਾਸਕਾਰ ਨੇ, ਬੜਿਆਂ ਨੇ ਵੱਖਰੀ ਵੱਖਰੀ ਕਲਮ ਦੇ ਨਾਲ ਵੱਖਰੇ ਵੱਖਰੇ ਪ੍ਰਚਾਰਕ ਲਿਖੇ ਹੋਏ ਨੇ ਕਿ 22 ਮੰਜੀਆਂ ਕਿਹੜੀਆਂ ਸਨ। ਜੇਕਰ ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਜੀ ਨਾਭਾ ਨੂੰ ਪੜ੍ਹਿਆ ਜਾਵੇ, ਉਹਨਾਂ ਨੇ ਪ੍ਰਚਾਰਕਾਂ ਦੇ ਨਾਂ 22 ਮੰਜੀਆਂ ਦੇ ਨਾਂ ਕਿਸੇ ਹੋਰ ਤਰ੍ਹਾਂ ਲਿਖੇ ਨੇ। ਜੇਕਰ ਕਿਸੇ ਹੋਰ ਪੁਸਤਕ ਨੂੰ ਦੇਖੀਏ, ਉਹਦੇ ਵਿੱਚ ਵੱਖਰੇ ਪ੍ਰਕਾਰ ਦੇ ਨੇ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ 22 ਪ੍ਰਚਾਰਕਾਂ ਦੀ ਸੂਚੀ ਹਰ ਇੱਕ ਇਤਿਹਾਸਕਾਰ ਨੇ ਵੱਖਰੀ ਵੱਖਰੀ ਲਿਖੀ ਹੈ। ਮੈਂ ਸਿਰਫ ਇੱਕੋ ਪ੍ਰਮਾਣ ਦਿਆਂਗਾ, ਗੁਰ ਤੀਜੀ ਪੀੜ੍ਹੀ ਦਾਨ ਸਿੰਘ ਕੋਮਲ ਨੇ ਜੋ ਇਹ ਸੂਚੀ ਦਰਸਾਈ ਹੈ। ਪ੍ਰਿੰਸੀਪਲ ਤੇਜਾ ਸਿੰਘ ਨੇ ਇੱਕ ਪੁਸਤਕ ਲਿਖੀ ਹੈ ਜਿਹਦਾ ਨਾਂ ਹੈ ਪਰਬਤ ਮੇਕਾਨ, ਔਰ ਉਹਦੇ ਪੰਨਾ 152 ਦੇ ਉੱਤੇ ਜਿਸ ਤਰ੍ਹਾਂ ਅੰਕਿਤ ਹੈ, ਉਹ ਲਿਖਦੇ ਨੇ 22 ਪ੍ਰਚਾਰਕਾਂ ਦੀ ਸੂਚੀ ਬਾਰੇ ਵੱਖ-ਵੱਖ ਖਿਆਲ ਵਿਦਵਾਨਾਂ ਦੇ ਹਨ। ਇਹ ਸੂਚੀ ਗੁਰੂ ਅਮਰ ਬੰਸ ਜਥਾ ਗੋਇੰਦਵਾਲ ਦੀ ਸੁਨਹਿਰੀ ਪੱਤਰੀ ਵਾਲੀ ਸੂਚੀ ਅਨੁਸਾਰ ਪ੍ਰਮਾਣਿਕ ਹੈ। ਉਹਦਾ ਕਹਿਣ ਤੋਂ ਭਾਵ ਹੈ ਕਿ ਗੋਇੰਦਵਾਲ ਦੀ ਸੁਨਹਿਰੀ ਪੱਤਰੀ ਵਾਲੀ ਜਿਹੜੀ ਸੂਚੀ ਹੈ ਨਾ, ਉਹਦੇ ਤੇ ਜੋ ਕੁਝ ਲਿਖਿਆ ਹੈ ਨਾ, ਮੈਂ ਉਸ ਦਾ ਆਸ਼ਾ ਲੈ ਕੇ ਉਸ ਤੋਂ ਦੇਖ ਕੇ ਲਿਖਿਆ। ਹੁਣ ਭਾਈ ਦਾਨ ਸਿੰਘ ਜੀ ਕੋਮਲ ਜਿਹੜੀਆਂ 22 ਮੰਜੀਆਂ ਲਿਖਦੇ ਨੇ, ਉਹ ਮੈਂ ਤੁਹਾਡੇ ਸਾਹਮਣੇ ਥੋੜਾ ਜਿਹਾ ਪੇਸ਼ ਕਰਾਂਗਾ। ਸਾਰਿਆਂ ਤੋਂ ਪਹਿਲਾਂ ਉਹ ਲਿਖਦੇ ਨੇ ਭਾਈ ਪਾਰੋ, ਜਿਹਨੂੰ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੰਜੀ ਬਖਸ਼ੀ। ਭਾਈ ਪਾਰੋ ਜੁਲਕਾ ਖੱਤਰੀ ਜਾਤ ਦਾ ਪਰਮਹੰਸ ਵੀ ਉਸਨੂੰ ਕਹਿੰਦੇ ਲੋਕ ਸਨ। ਭਾਈ ਪਾਰੋ ਜੁਲਕਾ ਜੀ, ਜਿਨ੍ਹਾਂ ਨੂੰ ਕਿ ਪਰਮਹੰਸ ਆਖਿਆ ਜਾਂਦਾ ਸੀ, ਦਾਨ ਸਿੰਘ ਜੀ ਕੋਮਲ ਕਹਿੰਦੇ ਨੇ ਕਿ ਪਹਿਲੇ ਪ੍ਰਚਾਰਕ ਉਹ ਸਨ। ਇਹ ਸੀ ਪਹਿਲੀ ਮੰਜੀ। ਇੰਨਾ ਪੱਕਾ ਸਿੱਖ ਸਿਦਕੀ ਉਹ ਸੀ, ਮੀਂਹ ਹੋਏ ਜਾਂ ਝੱਖੜ, ਹੜ ਹੋਵਣ ਜਾਂ ਤੂਫਾਨ, ਘੋੜੇ ਤੇ ਚੜ੍ਹ ਆਉਂਦਾ ਗੋਇੰਦਵਾਲ ਸੀ। ਕਰਨ ਲਈ ਦੀਦਾਰ ਸੱਚੇ ਗੁਰੂ ਦਾ ਕਰਦਾ ਸੀ ਪ੍ਰਚਾਰ, ਦੁਆਬੇ ਵਿੱਚ ਉਹ ਜ਼ਿੰਮੇਵਾਰੀ ਵੇਖ ਗੁਰੂ ਪ੍ਰਸੰਨ ਸੀ। ਦੁਆਬੇ ਦੇ ਇਲਾਕੇ ਦੇ ਵਿੱਚ ਪਾਰੋ ਜੁਲਕਾ ਜੀ ਪ੍ਰਚਾਰ ਕਰਦੇ ਸਨ। ਇਹ ਪਹਿਲੇ ਪ੍ਰਚਾਰਕ ਸਨ। ਦੂਸਰਾ ਭਾਈ ਲਾਲੋ। ਭਾਈ ਲਾਲੋ ਸਿੱਖ ਸੇਵਕ ਗੁਰੂ ਦਾ
ਭਾਈ ਪਾਰੋ ਰਾਹੀਂ ਪੁੱਜਿਆ ਗੁਰੂ ਨੂੰ, ਗੁਰੂ ਬਖਸ਼ੀਸ਼ਾਂ ਉਹਨੂੰ ਨਿੱਧੀਆਂ ਸਿੱਧੀਆਂ, ਸਿੰਧ ਤੀਕਰ ਪ੍ਰਚਾਰਕ ਗਿਣਿਆ ਗਿਆ ਸੀ। ਤੀਸਰਾ ਭਾਈ ਮਹੇਸ਼ਾ ਧੀਰ। ਭਾਈ ਮਹੇਸ਼ਾ ਧੀਰ ਸ਼ਾਹੂਕਾਰ ਸੀ, ਪਰ ਸੇਵਕ ਨਿਸ਼ਕਾਮ ਹੈ ਸੀ ਗੁਰੂ ਦਾ। ਉਹਦਾ ਸੀ ਪ੍ਰਚਾਰ ਖੇਤਰ ਮਾਲਵਾ, ਜਿੱਥੇ ਬਖਸ਼ੀ ਮੰਜੀ ਉਹਨੂੰ ਗੁਰਾਂ ਨੇ। ਮਾਲਵੇ ਦੇ ਵਿੱਚ ਪ੍ਰਚਾਰ ਕੀਤਾ ਭਾਈ ਮਹੇਸ਼ਾ ਨੇ। ਇਹ ਤੀਸਰੀ ਮੰਜੀ ਸੀ। ਚੌਥਾ ਭਾਈ ਮਾਈ ਦਾਸ। ਭਾਈ ਮਾਈ ਦਾਸ ਸੇਵਕ ਗੁਰੂ ਦਾ ਪਹਿਲਾਂ ਸੀ, ਜੋ ਇੱਕ ਵੈਰਾਗੀ ਵੈਸ਼ਨੋ ਬਣਿਆ ਸੀ ਇਤਬਾਰੀ ਜ਼ਿੰਮੇਵਾਰਿਓ। ਬਖਸ਼ੀ ਉਹਨੂੰ ਮੰਜੀ ਮਾਝੇ ਵਿੱਚ ਸੀ। ਮਾਝੇ ਦੇ ਇਲਾਕੇ ਦੇ ਵਿੱਚ ਭਾਈ ਮਾਈ ਦਾਸ ਨੇ ਪ੍ਰਚਾਰ ਕੀਤਾ ਸਿੱਖੀ ਦਾ। ਪੰਜਵਾਂ ਭਾਈ ਮਾਣਕ ਦਾਸ। ਭਾਈ ਮਾਣਕ ਦਾਸ ਸਿਦਕੀ ਜੀਵੜਾ ਤੋੜਿਆ, ਜਿਸਨੇ ਕੜ ਸੀ ਬੌਲੀ ਸਾਹਿਬ ਦਾ। ਮੰਜੀ ਮਿਲੀ ਸੀ ਉਸ ਨੂੰ ਹੁਕਮ ਗੁਰੂ ਦਰਬਾਰ ਤੋਂ, ਕਰਦਾ ਦੂਰ ਦੁਰਾਡੇ ਉਹ ਪ੍ਰਚਾਰ ਸੀ। ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਭਾਈ ਮਾਣਕ ਚੰਦ ਨੇ ਪ੍ਰਚਾਰ ਕੀਤਾ। ਛੇਵਾਂ ਹੈ ਭਾਈ ਸਾਵਣ ਮੱਲ। ਭਾਈ ਸਾਵਣ ਮੱਲ ਭਤੀਜਾ ਗੁਰੂ ਦਾ, ਮੰਜੀ ਜਿਸ ਸੰਭਾਲੀ ਵਿੱਚ ਪਹਾੜ ਦੇ, ਜਿਸਨੇ ਸਿੱਖ ਬਣਾਇਆ ਰਾਜਾ ਹਰੀਪੁਰ। ਲੱਕੜ ਸੀ ਭਿਜਵਾਈ ਜਿਸ ਪਹਾੜ ਤੋਂ। ਪਿੱਛੇ ਇਤਿਹਾਸ ਦੇ ਵਿੱਚ ਇਹ ਸਾਖੀ ਲੰਘ ਚੁੱਕੀ ਹੈ ਕਿ ਸਾਵਣ ਮੱਲ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲੱਕੜਾਂ ਲੈਣ ਦੇ ਵਾਸਤੇ ਪਹਾੜੀ ਰਿਆਸਤ ਦੇ ਵਿੱਚ ਭੇਜਿਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਰਾਜੇ ਨੂੰ ਉਸ ਦਾ ਦਾਸ ਬਣਾਇਆ, ਭਾਵ ਕਿ ਮੰਜੀ ਬਖਸ਼ੀ, ਔਰ ਰਾਜੇ ਨੂੰ ਹੁਕਮ ਕੀਤਾ ਕਿ ਤੂੰ ਅੱਜ ਤੋਂ ਇਹਦੇ ਅਧੀਨ ਰਹਿਣਾ ਹੈ, ਔਰ ਇਹ ਤੇਰਾ ਗੁਰੂ ਹੋਇਆ। ਇਤਿਹਾਸ ਦੇ ਵਿੱਚ ਇਹ ਸਾਖੀ ਲੰਘ ਚੁੱਕੀ। ਔਰ ਸਤਵਾਂ ਹੈ ਭਾਈ ਪ੍ਰਿਥਾ। ਭਾਈ ਪ੍ਰਿਥਾ ਹੈ ਸੀ ਭੱਲਾ ਜਾਤ ਦਾ, ਉਸਨੂੰ ਸੀ ਅਭਿਮਾਨ ਉੱਚੀ ਕੁਲ ਦਾ। ਜਾਤ ਪਾਤ ਜਦ ਖੰਡਨ ਕੀਤੀ ਗੁਰਾਂ ਨੇ, ਤਾਂ ਫਿਰ ਹੋਈ ਸੋਝੀ ਬਣਿਆ ਸਿੱਖ ਸੀ। ਮੰਜੀ ਮਿਲੀ ਸੀ ਉਸਨੂੰ ਵਿੱਚ ਫਿਰੋਜ਼ਪੁਰ, ਉਸ ਇਲਾਕੇ ਵਿੱਚ ਕਰਦਾ ਸੇਵਾ ਸੀ। ਅੱਗੇ ਹੈ ਅੱਠਵਾਂ ਭਾਈ ਹਿੰਦਾਲ। ਗੁਰੂ ਸਿੱਖ ਭਾਈ ਹਿੰਦਾਲ ਸੇਵਾਦਾਰ ਸੀ, ਲੰਗਰ ਵਿੱਚ ਉਹ ਸੇਵਾ ਕਰਦਾ ਖੂਬ ਸੀ। ਯੋਗ ਸਮਝ ਕੇ ਬਖਸ਼ੀ ਮੰਜੀ ਗੁਰਾਂ ਨੇ, ਉਹਦੇ ਕੋਲ ਇਲਾਕਾ ਸੀ ਜੰਡਿਆਲੇ ਦਾ। ਨੌਵਾਂ ਹੈ ਭਾਈ ਸੱਚਨ ਸੱਚ। ਭਾਈ ਸੱਚਨ ਸੱਚ ਤਨ ਤੇ ਮਨ ਤੋਂ, ਲੱਕੜਾਂ ਸੀ ਲੈ ਆਉਂਦਾ ਲੰਗਰ ਵਾਸਤੇ। ਹਰੀਪੁਰ ਦੀ ਰਾਣੀ ਨਾਲ ਵਿਆਹ ਕੇ ਕਰਨ ਲਈ ਪ੍ਰਚਾਰ ਅੰਬਾਲੇ ਭੇਜਿਆ। ਹਰੀਪੁਰ ਦੇ ਰਾਜ ਦੇ ਵਿੱਚੋਂ ਜਿਹੜਾ ਰਾਜਾ ਆਇਆ ਸੀ, ਜਿਸ ਦੀ ਕਿ ਰਾਣੀ ਕਮਲੀ ਹੋ ਗਈ ਸੀ, ਇਤਿਹਾਸ ਦੇ ਵਿੱਚ ਇਹ ਸਾਖੀ ਲੰਘੀ ਹੈ। ਉਸ ਸੱਚਨ ਸੱਚ ਦੇ ਨਾਲ ਉਸ ਰਾਣੀ ਦਾ ਵਿਆਹ ਕੀਤਾ, ਰਾਣੀ ਨੂੰ ਠੀਕ ਕੀਤਾ, ਇਸ ਨੂੰ ਮਾਨੋ ਕਿ ਅੰਬਾਲੇ ਭੇਜਿਆ ਪ੍ਰਚਾਰ ਕਰਨ ਦੇ ਵਾਸਤੇ। ਦਸਵਾਂ ਹੈ ਭਾਈ ਗੰਗੂ ਸ਼ਾਹ। ਭਾਈ ਗੰਗੂ ਸ਼ਾਹ ਵਿੱਚ ਲਾਹੌਰ ਦੇ ਗੁਰੂ ਘਰ ਦਾ ਪ੍ਰਚਾਰਕ ਗਿਆ ਸੀ ਥਾਪਿਆ। 11ਵਾਂ ਭਾਈ ਸਧਾਰਨ। ਸਿੱਖ ਭਾਈ ਸਧਾਰਨ ਇੱਕ ਲਾਹੌਰ ਸੀ, ਵਿੱਚ ਬਕਾਲੇ ਕਰਦਾ ਉਹ ਪ੍ਰਚਾਰ ਸੀ। 12ਵਾਂ ਹੈ ਮਥੋ ਅਤੇ ਮੁਰਾਰੀ, ਜਿਹਦੀ ਕਿ ਕੱਲ ਹੀ ਸਾਖੀ ਲੰਗੀ। ਮਥੋ ਅਤੇ ਮੁਰਾਰੀ ਪਤੀ ਤੇ ਪਤਨੀ, ਕਰਮਾਂ ਵਾਲੀ ਜੋੜੀ ਬੜੀ ਮਹਾਨ ਸੀ। ਦੋਹਾਂ ਦੀ ਸੀ ਸ਼ਾਦੀ ਕੀਤੀ ਗੁਰਾਂ ਨੇ, ਪੁੱਤਰ ਪੁੱਤਰੀ ਕਹਿ ਕੇ ਸੀ ਸਤਕਾਰਿਆ। ਚੂਹਣੀਆਂ ਦੀ ਤਹਿਸੀਲ ਦੇ ਵਿੱਚ ਲਾਹੌਰ ਦੇ ਮੰਜੀ ਦਿੱਤੀ ਆਪ ਹੱਥੀਂ ਦੋਹਾਂ ਨੂੰ। ਮਥੋ ਤੇ ਮੁਰਾਰੀ ਨੂੰ ਸਾਂਝੀ ਮੰਜੀ ਦਿੱਤੀ, ਭਾਵ ਕਿ ਦੋਹਾਂ ਨੂੰ ਪ੍ਰਚਾਰਕ ਥਾਪਿਆ। ਪਰ ਇਹਨਾਂ ਨੂੰ ਇਤਿਹਾਸਕਾਰਾਂ ਨੇ ਇੱਕ ਪ੍ਰਚਾਰਕ ਦੇ ਰੂਪ ਦੇ ਵਿੱਚ ਮੰਨਿਆ, ਇਸ ਕਰਕੇ 12ਵਾਂ ਨੰਬਰ ਹੈ ਮਥੋ ਤੇ ਮੁਰਾਰੀ ਦਾ। 13ਵਾਂ ਹੈ ਖੇਡਾ ਤੇ ਸੋਹਣੀ, ਜਿਹਦੀ ਗੱਲ ਹੁਣ ਚੱਲ ਰਹੀ। ਖੇਡਾ ਸੋਹਣੀ ਪਹਿਲਾਂ ਦੁਰਗਾ ਭਗਤ ਸੀ, ਪਿੱਛੋਂ ਬਣਿਆ ਸਿੱਖ ਕੌਤਕ ਵੇਖ ਕੇ। ਦੁਰਗਾ ਦੇਵੀ ਵੇਖੀ ਇੱਕ ਦਿਨ ਉਸਨੇ, ਗੁਰਦਰਬਾਰੇ ਝਾੜੂ ਦੇ ਰਹੀ ਆਪ ਸੀ। ਹੁਣ ਇਸ ਦਾਨ ਸਿੰਘ ਕੋਮਲ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਦੇਵੀ ਗੁਰੂ ਦੇ ਦਰਬਾਰ ਦੇ ਵਿੱਚ ਝਾੜੂ ਦਿੰਦੀ ਸੀ। ਮਹਾਨ ਇਤਿਹਾਸਕਾਰਾਂ ਨੇ, ਵੱਡੇ ਵੱਡਿਆਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਦੇਵੀ ਗੁਰੂ ਦੇ ਦਰਬਾਰ ਦੇ ਵਿੱਚ ਝਾੜੂ ਦਿਆ ਕਰਦਾ ਸੀ। ਦਾਨ ਸਿੰਘ ਜੀ ਕੋਮਲ ਵੀ ਉਸ ਗੱਲ ਦੇ ਵੱਲ ਇਸ਼ਾਰਾ ਕਰਦੇ ਨੇ। ਦੁਰਗਾ ਦੇਵੀ ਵੇਖੀ ਇੱਕ ਦਿਨ ਉਸਨੇ, ਗੁਰਦਰਬਾਰੇ ਝਾੜੂ ਦੇ ਰਹੀ ਆਪ ਸੀ।
ਸ਼ਰਨ ਗੁਰਾਂ ਦੀ ਆਇਆ ਕੀਤੀ ਸੇਵਾ ਸੀ। ਖੇਮ ਕਰਨ ਵਿੱਚ ਦਿੱਤੀ ਮੰਜੀ ਗੁਰਾਂ ਨੇ। ਖੇਮ ਕਰਨ ਦੇ ਇਲਾਕੇ ਦੇ ਵਿੱਚ ਪ੍ਰਚਾਰ ਕਰਨ ਦੇ ਵਾਸਤੇ ਹੁਕਮ ਹੋਇਆ। 14ਵੀਂ ਤੇ 15ਵੀਂ ਮੰਜੀ ਦਾ ਇਕੱਠਾ ਵਰਣਨ ਕੀਤਾ ਹੈ ਦਾਨ ਸਿੰਘ ਕੋਮਲ ਨੇ। ਲਿਖਦੇ ਨੇ, ਫਿਰਿਆ ਅਤੇ ਕਟਾਰਾ ਸਿਦਕੀ ਸਿੱਖ ਦੋ, ਸਤਿਗੁਰ ਹੋਏ ਦਿਆਲ ਸੇਵਾ ਵੇਖ ਕੇ, ਮੰਜੀ ਦਿੱਤੀ ਆਪ ਗੁਰਾਂ ਨੇ ਦੋਹਾਂ ਨੂੰ, ਕਰਦੇ ਰਹੇ ਪ੍ਰਚਾਰ ਵਿੱਚ ਕਸ਼ਮੀਰ ਦੇ। 16ਵਾਂ ਹੈ ਸਾਈਂ ਦਾਸ ਗੁਸਾਈ। ਸਾਈਂ ਦਾਸ ਗੁਸਾਈ ਸਿੱਖ ਲਾਹੌਰ ਦਾ, ਮੰਜੀ ਉਸ ਸੰਭਾਲੀ ਰਾਵੀ ਪਾਰ ਦੀ। 17ਵਾਂ ਦਿੱਤੇ ਕੇ ਨੂੰ ਦਿੱਤੀਆਂ ਦਾਤਾਂ ਗੁਰਾਂ ਨੇ, ਮਾਝੇ ਵਿੱਚ ਪ੍ਰਚਾਰ ਕਰਦਾ ਰਿਹਾ। 18ਵਾਂ ਹੈ ਮਾਈ ਸੇਵਾ। ਮਾਈ ਸੇਵਾ ਇੱਕ ਪ੍ਰੇਮਣ ਗੁਰੂ ਦੀ, ਕੀਤੀ ਸੇਵਾ ਉਹਨੇ ਬੌਲੀ ਸਾਹਿਬ ਦੀ, ਦਿੱਤੀ ਗੁਰਾਂ ਅਸੀਸ, ਮੰਜੀ ਬਖਸ਼ ਕੇ ਕਾਬਲ ਵਿੱਚ ਫੈਲਾਈ ਸਿੱਖੀ ਉਸ ਨੇ। ਇਹ ਹੁਣ ਇੱਕ ਬੀਬੀ ਦਾ ਜ਼ਿਕਰ ਹੋਇਆ ਕਿ ਇੱਕ ਬੀਬੀ ਮਾਈ ਸੇਵਾ ਨੂੰ ਵੀ ਮਾਨੋ ਕਿ ਪ੍ਰਚਾਰਕ ਸਤਿਗੁਰਾਂ ਨੇ ਥਾਪਿਆ। 19ਵੇਂ ਨੰਬਰ ਤੇ ਆਉਂਦਾ ਹੈ ਦੁਰਗਾ। ਦੁਰਗਾ ਸੀ ਇੱਕ ਪੰਡਤ ਜਿਸਨੇ ਕਿਹਾ ਸੀ, ਚਰਨ ਤੁਹਾਡੇ ਵਿੱਚ ਰੇਖਾ ਪਦਮ ਹੈ, ਚੱਲ ਕੇ ਆਇਆ ਵਿੱਚ ਗੁਰੂ ਦਰਬਾਰ ਦੇ, ਦੀਨ ਦੁਨੀ ਦਾ ਸੁਖ ਪ੍ਰਾਪਤ ਹੋ ਗਿਆ। ਸੱਚੀ ਨਿਕਲੀ ਬਾਣੀ ਉਹਦੀ ਭਵਿੱਖ ਦੀ, ਉਸ ਨੂੰ ਮੰਜੀ ਮਿਲੀ ਸੀ ਹਰਦੁਆਰ ਦੀ। ਇਸ ਦੁਰਗਾ ਪੰਡਤ ਦੀ ਸਾਖੀ ਨੂੰ ਵੀ ਤੁਸੀਂ ਸੁਣ ਚੁੱਕੇ ਹੋ। ਇਸ ਦੁਰਗੇ ਨੂੰ ਵੀ ਇੱਕ ਮੰਜੀ ਮਿਲੀ। ਜੀਤ ਬੰਗਾਲੀ 20ਵੇਂ ਨੰਬਰ ਤੇ ਆਉਂਦਾ। ਜੀਤ ਬੰਗਾਲੀ ਸਿੱਖ ਹੋਇਆ ਬੰਗਾਲ ਦਾ, ਜਿਸ ਤੇ ਬਖਸ਼ਿਸ਼ ਕੀਤੀ ਸਤਿਗੁਰੂ ਆਪ ਸੀ। ਵਿੱਚ ਬੰਗਾਲ ਅਸਾਮ ਰਹਿ ਕੇ ਉਸਨੇ, ਸਿੱਖੀ ਖੂਬ ਚਲਾਈ ਮੰਜੀ ਸਾਂਭ ਕੇ। 21ਵੇਂ ਨੰਬਰ ਤੇ ਇੱਕ ਹੋਰ ਬੀਬੀ ਦਾ ਜ਼ਿਕਰ ਆਉਂਦਾ, ਭਾਗੋ। ਬੀਬੀ ਭਾਗੋ ਸਿੱਖ ਸੀ ਗੁਰੂ ਭਗਤਨੀ, ਨੀਅਤ ਸੀ ਪ੍ਰਚਾਰਕ ਵਿੱਚ ਕਸ਼ਮੀਰ ਦੇ ਵਿੱਚ ਭਾਗੋ ਬੀਬੀ ਨੂੰ ਸਥਾਪਿਤ ਕੀਤਾ ਸਤਿਗੁਰਾਂ ਨੇ। ਭਾਈ ਬੱਲੂ ਨਾਈ ਸਿੱਖ ਅਨਿੰਨ ਸੀ, ਸੇਵਾ ਉਸ ਦਿਨ ਰਾਤ ਕੀਤੀ ਗੁਰੂ ਦੀ, ਰਹਿ ਕੇ ਸਦਾ ਹਜ਼ੂਰ ਭਰੀ ਸੀ ਹਾਜ਼ਰੀ, ਕੀਤਾ ਉਸ ਪ੍ਰਚਾਰ ਗੁਰੂ ਦਰਬਾਰ ਦਾ। ਗੋਇੰਦਵਾਲ ਦੀ ਮੰਜੀ ਬਖਸ਼ੀ ਉਸ ਨੂੰ, ਹੋਏ ਗੁਰੂ ਪ੍ਰਸੰਨ ਦਾਤਾਂ ਦਿੱਤੀਆਂ। ਭਾਈ ਬੱਲੂ ਜੀ ਜਿਨ੍ਹਾਂ ਨੂੰ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਹਜ਼ੂਰੀ ਸੇਵਕ ਹੋਣ ਦਾ ਮਾਣ ਹਾਸਲ ਹੈ। ਦਾਨ ਸਿੰਘ ਜੀ ਕੋਮਲ ਕਹਿੰਦੇ ਨੇ ਕਿ 22ਵੇਂ ਨੰਬਰ ਦੇ ਉੱਤੇ ਭਾਈ ਬੱਲੂ ਨੂੰ ਮੰਜੀ ਬਖਸ਼ੀ। ਇਸ ਤਰੀਕੇ ਦੇ ਨਾਲ 22 ਮੰਜੀਆਂ ਦਾ ਜ਼ਿਕਰ ਕੀਤਾ ਹੈ ਦਾਨ ਸਿੰਘ ਕੋਮਲ ਨੇ, ਕਿਉਂਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ 22 ਮੰਜੀਆਂ ਦਾ ਇੱਕ ਬਹੁਤ ਵੱਡਾ ਵੱਖਰਾ ਨਵੇਕਲਾ ਸਥਾਨ ਹੈ। ਇਸ ਕਰਕੇ ਮੈਂ ਇਸ ਗੱਲ ਦਾ ਥੋੜਾ ਖੁਲਾਸਾ ਕੀਤਾ। ਸੋ ਮੇਰਾ ਸਿਰ ਕਹਿਣ ਤੋਂ ਭਾਵ ਹੈ ਕਿ ਇਸ ਤਰ੍ਹਾਂ ਦੀਆਂ ਉਪਾਧੀਆਂ ਜਿਨ੍ਹਾਂ ਨੂੰ ਵੀ ਦਿੱਤੀਆਂ, ਸਮਝਣਾ ਚਾਹੀਦਾ ਹੈ ਕਿ ਉਹ ਮੰਜੀਆਂ ਦਿੱਤੀਆਂ ਉਹਨਾਂ ਨੂੰ। ਹੁਣ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਖੇਡੇ ਪੰਡਤ ਦੇ ਉੱਤੇ ਕਿਰਪਾ ਕੀਤੀ, ਇਹਨੂੰ ਮੰਜੀ ਬਖਸ਼ੀ। ਜਿਸ ਪਰ ਦ੍ਰਿਸ਼ਟ ਕਿਰਪਾ ਕਰੈ, ਨਿਜ ਕੁਟੰਬ ਜੁਤ ਭੌਜਲ ਤਰੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹਦੇ ਤੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰ ਦੀ ਨਜ਼ਰ ਪਾਉਂਦੇ ਨੇ, ਨਿਜ ਕੁਟੰਬ ਜੁਤ ਭੌਜਲ ਤਰੈ, ਉਹ ਮਨੁੱਖ ਮਾਨੋ ਕਿ ਆਪਣੇ ਪਰਿਵਾਰ ਦੇ ਸਮੇਤ ਇਸ ਸੰਸਾਰ ਸਾਗਰ ਤੋਂ ਤਰ ਜਾਂਦਾ। ਜਿਮ ਗੋਂਦੇ ਗੋਰੇ ਅੰਗਦ ਪਾਸ, ਪੂਰਬ ਕਰੀ ਹੁਤੀ ਅਰਦਾਸ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਗੋਂਦੇ ਨੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਪਹਿਲਾਂ ਆਣ ਕੇ ਕਿਸੇ ਵੇਲੇ ਅਰਦਾਸ ਕੀਤੀ ਸੀ, ਅਰਜ਼ ਕੀਤੀ ਸੀ, ਗੋਇੰਦਵਾਲ ਵਿਸਾਲ ਬਸਾਇਓ, ਸੋ ਗੁਰ ਕੇ ਅਨਸਾਰ ਰਹਾਇਓ। ਇਹ ਸਾਖੀ ਵੀ ਪਿੱਛੇ ਲੰਘ ਚੁੱਕੀ ਹੈ ਕਿ ਗੋਂਦੇ ਨੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ, ਭੂਤਾਂ ਪ੍ਰੇਤਾਂ ਨੇ ਮੇਰੀ ਜਗ੍ਹਾ ਨੂੰ ਮੱਲਿਆ ਹੋਇਆ, ਮੈਂ ਉੱਥੇ ਨਗਰ ਬਣਾਉਣਾ ਚਾਹੁੰਦਾ ਪਰ ਬਣ ਨਹੀਂ ਦਿੰਦੇ। ਉਸ ਵੇਲੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸੇਵਕ ਦੇ ਰੂਪ ਦੇ ਵਿੱਚ ਸਨ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਕੇ ਭੇਜਿਆ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਗੋਂਦੇ ਦੇ ਨਾਲ, ਤੇ ਫਿਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਤਿਗੁਰਾਂ ਦੀ ਕਿਰਪਾ ਦੇ ਨਾਲ, ਅਜ਼ਮਤ ਦੇ ਨਾਲ ਭੂਤਾਂ ਪ੍ਰੇਤਾਂ ਨੂੰ ਕੱਢਿਆ ਉਸ ਗੋਂਦੇ ਦੀ ਜਗ੍ਹਾ ਦੇ ਉੱਤੋਂ, ਤੇ ਉੱਥੇ ਇੱਕ ਨਗਰ ਵਸਾਇਆ ਜਿਸ ਦਾ ਨਾਮ
ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਕਹਿਣ ਦੇ ਉੱਤੇ ਗੋਇੰਦਵਾਲ ਇਸੇ ਕਰਕੇ ਰੱਖਿਆ। ਗੋਂਦੇ ਦੀ ਜਗ੍ਹਾ ਸੀ, ਇਸ ਕਰਕੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਨਗਰ ਦਾ ਪਿੰਡ ਦਾ ਨਾਮ ਹੀ ਗੋਇੰਦਵਾਲ ਰੱਖਿਆ, ਜਿੱਥੇ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਹੁਣ ਵਾਸਾ ਹੈ। ਸਾਖੀ ਚੱਲ ਰਹੀ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕੇ ਗੱਲ ਦੇ ਵਿੱਚ ਇਸ਼ਾਰਾ ਕਰਦੇ ਨੇ ਕਿ ਗੋਂਦੇ ਨੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਰਜ਼ ਨੂੰ ਪ੍ਰਵਾਨ ਕਰਕੇ ਫਿਰ ਅਮਰਦਾਸ ਜੀ ਨੂੰ ਕਹਿ ਕੇ ਗੋਇੰਦਵਾਲ ਨਗਰ ਵਸਾਇਆ ਸੀ। ਸੋ ਗੁਰ ਕੇ ਅਨੁਸਾਰ ਰਹਾਇਓ। ਜਿੰਨਾ ਚਿਰ ਗੋਂਦਾ ਜਿਉਂਦਾ ਰਿਹਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਨੁਸਾਰ ਹੋ ਕੇ ਚੱਲਿਆ। ਪਿੰਡ ਦਾ ਬਹੁਤ ਵੱਡਾ ਚੌਧਰੀ ਸੀ। ਆਰ ਬਲਾ ਤਿਸ ਪੂਰੀ ਪਈ, ਪ੍ਰਾਣ ਅੰਤ ਕਾਇਆ ਤਜ ਦਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੋਂਦੇ ਦੀ ਆਯੂ ਪੂਰੀ ਹੋਈ, ਆਪਣੀ ਉਮਰਾਂ ਨੂੰ ਭੋਗਿਆ ਤੇ ਫਿਰ ਆਖਰਕਾਰ ਆਪਣੇ ਸਰੀਰ ਨੂੰ ਛੱਡ ਗਿਆ। ਤਿਸ ਕੀ ਸੰਤਤ ਪਾਛੇ ਰਹੀ, ਤਿਨ ਮਤ ਗੁਰ ਅਨਸਰਨੀ ਨਹੀਂ। ਪਰ ਕਹਿੰਦੇ ਨੇ ਅੱਗੋਂ ਜਿਹੜੀ ਗੋਂਦੇ ਦੀ ਸੰਤਾਨ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਨੁਸਾਰ ਹੋ ਕੇ ਨਾ ਲਈ, ਕਿਉਂਕਿ ਇਹ ਕੋਈ ਜ਼ਰੂਰੀ ਲਾਜ਼ਮੀ ਗੱਲ ਨਹੀਂ ਹੈ ਕਿ ਪਿਤਾ ਜੀ ਦਾ ਸਿੱਖ ਹੋਵੇ ਪੁੱਤਰ ਵੀ ਉਹਦਾ ਸਿੱਖ ਹੋਵੇ। ਕਹਿਣ ਤੋਂ ਭਾਵ ਹੈ ਕਿ ਗੋਂਦਾ ਸ਼ਰਧਾਵਾਨ ਸੀ, ਉਹਨੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਉੱਤੇ ਵੀ ਸ਼ਰਧਾ ਰੱਖੀ ਤੇ ਜਿਸ ਤਰ੍ਹਾਂ ਦੀ ਸ਼ਰਧਾ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਗੋਂਦੇ ਨੇ ਰੱਖੀ, ਉਸੇ ਤਰ੍ਹਾਂ ਦੀ ਸ਼ਰਧਾ ਉਹਨੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਵੀ ਬਰਕਰਾਰ ਰੱਖੀ। ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਜਿਹੜੀ ਸੰਤਾਨ ਸੀ ਗੋਂਦੇ ਦੀ ਉਹ ਸਤਿਗੁਰਾਂ ਦੇ ਅਨੁਸਾਰ ਹੋ ਕੇ ਨਹੀਂ ਚੱਲੀ। ਚੌਧਰਤਾ ਹਮਰੇ ਇਮ ਜਾਣੇ, ਇਸ ਪੁਰ ਕੇ ਨਰ ਵਿਖੇ ਮਹਾਨੇ। ਉਹਨਾਂ ਨੇ ਸਮਝਿਆ ਕਿ ਗੋਇੰਦਵਾਲ ਸਾਡਾ ਨਗਰ ਹੈ, ਇਸ ਦਾ ਨਾਮ ਹੀ ਨਗਰ ਦਾ ਸਾਡੇ ਪਿਓ ਦੇ ਨਾਂ ਦੇ ਉੱਤੇ ਹੈ ਔਰ ਅਸੀਂ ਪਿੰਡ ਦੇ ਚੌਧਰੀ ਹਾਂ। ਚੌਧਰਤਾ ਤੇ ਸਾਡੇ ਕੋਲ ਹੈ। ਇਸ ਹੰਕਾਰ ਦੇ ਵਿੱਚ, ਇਸ ਅਭਿਮਾਨ ਦੇ ਵਿੱਚ ਹੀ ਉਹ ਫਸੇ ਰਹਿ। ਇਸ ਪੁਰ ਕੇ ਨਰ ਵਿਖੇ ਮਹਾਨੇ, ਕਿ ਇਸ ਨਗਰੀ ਦੇ ਅਸੀਂ ਮਹਾਨ ਵੱਡੇ ਪੁਰਖ ਹਾਂ। ਸਗਰੋ ਨਗਰ ਹਮਾਰੋ ਹੈ, ਅਰਪੈ ਭੇਟ ਹਾਂ ਜੋ ਰਹਿ। ਉਹਨਾਂ ਨੇ ਸੋਚਣਾ ਸ਼ੁਰੂ ਕੀਤਾ ਕਿ ਸਾਰੇ ਦਾ ਸਾਰਾ ਨਗਰ ਸਾਡਾ ਹੈ, ਇਹਦੇ ਤੇ ਸਾਡਾ ਅਧਿਕਾਰ ਹੈ ਔਰ ਜਿੰਨੇ ਵੀ ਇੱਥੇ ਲੋਕ ਰਹਿੰਦੇ ਨੇ ਮਾਨੋ ਕਿ ਸਾਨੂੰ ਭੇਟਾ ਵੀ ਅਰਪਦੇ ਨੇ। ਸ੍ਰੀ ਗੁਰ ਕੋ ਘਰ ਹੈ ਬਿਸਾਲਾ, ਦੇਤ ਨਹੀਂ ਸੋ ਕੁਛ ਕਿਸ ਕਾਲਾ। ਉਹਨਾਂ ਨੇ ਸੋਚਣਾ ਸ਼ੁਰੂ ਕੀਤਾ ਕਿ ਸਾਰੇ ਸਾਨੂੰ ਪੂਜਦੇ ਨੇ, ਭੇਟਾ ਅਰਪਣ ਕਰਦੇ ਨੇ ਚੌਧਰੀ ਜਾਣ ਕੇ, ਔਰ ਗੁਰੂ ਦਾ ਜਿਹੜਾ ਘਰ ਹੈ ਨਾ ਇਹ ਬਹੁਤ ਵੱਡਾ ਹੈ ਇੱਕ ਸਾਡੇ ਪਿੰਡ ਦੇ ਵਿੱਚ। ਪਰ ਕਹਿੰਦੇ ਨੇ ਦੇਤ ਨਹੀਂ ਸੋ ਕੁਛ ਕਿਸ ਸਮੇਂ, ਕਿਸੇ ਵੀ ਵੇਲੇ ਇਸ ਗੁਰੂ ਘਰ ਦੇ ਵਿੱਚੋਂ ਸਾਨੂੰ ਕੁਝ ਨਹੀਂ ਮਿਲਦਾ। ਆਵਤ ਇਨਕੇ ਦਰਬ ਬਡੇਰੇ, ਚਲੇ ਦੇਗ ਨਰ ਅਚੈ ਕਨੇਰੇ। ਗੋਂਦੇ ਦੀ ਔਲਾਦ ਨੇ ਸੋਚਿਆ ਕਿ ਦਰਬਾਰ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਭੇਟਾਂ ਅਰਪਣ ਕੀਤੀਆਂ ਜਾਂਦੀਆਂ ਨੇ ਔਰ ਰਾਤ ਦਿਨ ਦੇਖੋ ਕਿ ਕਿੰਨਾ ਵਿਸ਼ਾਲ ਇਹਨਾਂ ਦਾ ਲੰਗਰ ਚੱਲਦਾ। ਉਚਿਤ ਆਵੈ ਇਨ ਤੇ ਧਨ ਲੀਜੈ, ਹੱਕ ਚੌਧਰਤਾ ਕੋ ਕਹਿ ਦੀਜੈ। ਸੋਚਿਆ ਕਿ ਚੰਗੀ ਗੱਲ ਇਹ ਹੈ ਕਿ ਇਹਨਾਂ ਤੋਂ ਵੀ ਧਨ ਦੀ ਪ੍ਰਾਪਤੀ ਕੀਤੀ ਜਾਵੇ। ਹੱਕ ਚੌਧਰਤਾ ਕੋ ਕਹਿ ਦੀਜੈ, ਆਪਣਾ ਜਿਹੜਾ ਚੌਧਰਤਾਈ ਦਾ ਹੱਕ ਹੈ ਨਾ ਇਹਨਾਂ ਦੇ ਉੱਤੇ ਵੀ ਜਤਾਇਆ ਜਾਵੇ। ਪ੍ਰਥਮ ਆਮਦਨ ਧਨ ਕੀ ਥੋਰੀ, ਅਬ ਚੌਹ ਦੇਸ਼ ਤੇ ਆਏ ਅਕੋਰੀ। ਸੋਚਦੇ ਨੇ ਕਿ ਪਹਿਲਾਂ ਤੇ ਅਮਰਦਾਸ ਨੂੰ ਆਮਦਨੀ ਘੱਟ ਸੀ, ਪਰ ਇਸ ਵੇਲੇ ਧਨ ਦੀ ਆਮਦਨੀ ਬਹੁਤ ਜ਼ਿਆਦਾ ਹੋ ਗਈ ਹੈ। 4 ਸਫੇਰੇ ਲੋਕ ਆਉਂਦੇ ਨੇ ਔਰ ਅਨੇਕਾਂ ਪ੍ਰਕਾਰ ਦੀਆਂ ਕੀਮਤੀ ਭੇਟਾਂ ਅਰਪਣ ਕੀਤੀਆਂ ਜਾਂਦੀਆਂ ਨੇ ਇਹਨਾਂ ਦੇ ਚਰਨਾਂ ਦੇ ਵਿੱਚ। ਮਤ ਮਲੀਨ ਮਿਥਿਆ ਅਭਿਮਾਨੀ, ਨਿਕਟ ਗੁਰੂ ਨਹੀਂ ਮਹਿਮਾ ਜਾਣੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੋਟੀ ਬੁੱਧ ਵਾਲੇ ਨੇ, ਮਿਥਿਆ ਨੇ, ਅਭਿਮਾਨੀ ਨੇ, ਜਿਨ੍ਹਾਂ ਨੇ ਮਾਨੋ ਕਿ ਗੁਰੂ ਦੇ ਲਾਗੇ ਰਹਿ ਕੇ ਵੀ ਗੁਰੂ ਦੀ ਮਹਿਮਾ ਨੂੰ ਨਹੀਂ ਜਾਣਿਆ। ਤੀਰਥ ਬਾਸੀ ਜਿਮ ਨਰ ਹੋਵੈ, ਨਹੀਂ ਮਹਾਤਮ ਤਿਨਕੇ ਜੋਵੈ। ਕਵੀ ਜੀ ਛੋਟਾ ਜਿਹਾ ਪ੍ਰਮਾਣ ਦਿੰਦੇ ਨੇ ਕਿ ਜਿਹੜੇ ਲੋਕ ਵੱਡੇ ਵੱਡੇ ਤੀਰਥਾਂ ਦੇ ਕਿਨਾਰੇ ਦੇ ਉੱਤੇ ਵਸੇ ਹੁੰਦੇ ਨੇ, ਕਹਿੰਦੇ ਨੇ ਕਿ ਉਹ
तीर्थ दे महात्म नूं बहुता नहीं जानते। नहीं शरदा सो देह शनन, निस दिन मूड अवग्या ठन। ਜਿਹੜੇ ਤੀਰਥਾਂ ਤੇ ਰਹਿਣ ਵਾਲੇ ਨੇ, ਕਵੀ ਜੀ ਕਹਿੰਦੇ ਨੇ ਕਿ ਉਹਨਾਂ ਦੀ ਤੀਰਥਾਂ ਦੇ ਉੱਤੇ ਬਹੁਤੀ ਸ਼ਰਧਾ ਨਹੀਂ ਹੁੰਦੀ। ਕਹਿੰਦੇ ਨੇ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਉਹ ਇਸ਼ਨਾਨ ਨਹੀਂ ਕਰਦੇ ਤੀਰਥਾਂ ਦੇ ਉੱਤੇ। ਰਾਤ ਦਿਨ ਮੂਰਖ ਸਗੋਂ ਅਵਗਿਆ ਹੀ ਕਰਦੇ ਨੇ। ਜਾਹੇ ਦੂਰ ਤੇ ਸਾਦਰ ਮੱਝਾਂ, ਸ਼ੁਭ ਫਲ ਪ੍ਰਾਪਤ ਕਲਮਲ ਭੱਜਾਂ। ਪਰ ਜਿਹੜੇ ਦੂਰ ਰਹਿਣ ਵਾਲੇ ਨੇ, ਜਿਹੜੇ ਤੀਰਥਾਂ ਤੇ ਜਾਂਦੇ ਨੇ, ਫਿਰ ਕਹਿੰਦੇ ਨੇ ਸ਼ਰਧਾ ਦੇ ਸਮੇਤ ਔਰ ਤੀਰਥਾਂ ਦੇ ਵਿੱਚ ਇਸ਼ਨਾਨ ਕਰਦੇ ਨੇ। ਸ਼ੁਭ ਵੱਲ ਪ੍ਰਾਪਤ ਕਲਮਲ ਭੱਜਾਂ, ਉਹਨਾਂ ਨੂੰ ਫਿਰ ਚੰਗੇ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਫਿਰ ਉਹਨਾਂ ਦੇ ਜਿਹੜੇ ਕਲਮਲ ਨੇ, ਜਿਹੜੇ ਪਾਪ ਨੇ, ਉਹ ਭੱਜ ਜਾਂਦੇ ਨੇ। ਆਮ ਆਪਾਂ ਪੰਜਾਬੀ ਦੇ ਵਿੱਚ ਇੱਕ ਕਹਾਵਤ ਵਰਤਦੇ ਹਾਂ ਕਿ ਦੀਵੇ ਦੇ ਥੱਲੇ ਹਨੇਰਾ ਹੁੰਦਾ ਹੈ। ਇਸ ਦਾ ਭਾਵ ਇਹ ਹੈ ਕਿ ਜਿਹੜੇ ਬਹੁਤੇ ਜ਼ਿਆਦਾ ਲਾਗੇ ਰਹਿਣ ਵਾਲੇ ਨੇ ਨਾ, ਕਦੇ ਕਦੇ ਉਹ ਗੁਰੂ ਦੀ ਮਹਿਮਾ ਤੋਂ ਅਣਜਾਣ ਬਣ ਜਾਂਦੇ ਨੇ, ਸਮਝ ਨਹੀਂ ਸਕਦੇ। ਸੋ ਇਹ ਪ੍ਰਮਾਣ ਇਸੇ ਕਰਕੇ ਦਿੱਤਾ ਜਾਂਦਾ ਹੈ ਕਿ ਭਾਵੇਂ ਗੁਰੂ ਦੇ ਲਾਗੇ ਰਹੋ, ਪਰ ਇੰਨਾ ਕੁ ਲਾਗੇ ਰਹੋ ਕਿ ਤੁਹਾਡੇ ਸਿਰ ਦੇ ਉੱਤੇ ਹਨੇਰਾ ਨਾ ਆ ਜਾਵੇ, ਗੁਰੂ ਦਾ ਪ੍ਰਕਾਸ਼ ਪੈਂਦਾ ਰਹੇ, ਉਸ ਦੇ ਉਪਦੇਸ਼ਾਂ ਤੋਂ ਜਾਣੂ ਰਹੀਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਜ਼ਿਆਦਾਤਰ ਇਸੇ ਤਰ੍ਹਾਂ ਹੁੰਦਾ ਹੈ, ਜਿਹੜੇ ਤੀਰਥਾਂ ਦੇ ਵਸਣ ਵਾਲੇ ਨੇ ਉਹ ਮਹਾਤਮ ਨੂੰ ਨਹੀਂ ਜਾਣਦੇ। ਜ਼ਿਆਦਾਤਰ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੇ ਗੁਰੂ ਦੇ ਜ਼ਿਆਦਾ ਲਾਗੇ ਰਹਿਣ ਵਾਲੇ ਨੇ ਉਹ ਇਸ ਮਹਿਮਾ ਤੋਂ ਅਣਜਾਣ ਹੁੰਦੇ ਨੇ। ਹੁਣ ਮੈਂ ਕਿਸੇ ਤੇ ਠੋਸ ਕੇ ਗੱਲ ਨਹੀਂ ਕਹਿਣਾ ਚਾਹੁੰਦਾ ਕਿ ਗੁਰੂ ਦੇ ਲਾਗੇ ਨਹੀਂ ਰਹਿਣਾ ਚਾਹੀਦਾ। ਜਿਹੜੇ ਗੁਰੂ ਦੇ ਲਾਗੇ ਰਹਿਣ ਵਾਲੇ ਨੇ ਉਹ ਅਸ਼ਰਧਕ ਨੇ, ਉਹ ਗੁਰੂ ਦੇ ਮਹਾਤਮ ਨੂੰ ਨਹੀਂ ਜਾਣਦੇ। ਮੈਂ ਇਹ ਗੱਲ ਨਹੀਂ ਕਹਿ ਰਿਹਾ, ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਜੀ ਨੇ ਪ੍ਰਮਾਣ ਦਿੱਤਾ ਹੈ, ਮੈਂ ਉਸ ਦੇ ਹਿਸਾਬ ਦੇ ਨਾਲ ਇਹ ਗੱਲ ਕਹਿ ਰਿਹਾ। ਸੋ ਕਵੀ ਜੀ ਨੇ ਇਹ ਪ੍ਰਮਾਣ ਦਿੱਤਾ ਹੈ ਕਿ ਜਿਹੜੇ ਤੀਰਥਾਂ ਦੇ ਜ਼ਿਆਦਾ ਲਾਗੇ ਵਸਦੇ ਨੇ ਉਹਨਾਂ ਨੂੰ ਮਹਾਤਮ ਦੀ ਘੱਟ ਸੋਝੀ ਹੁੰਦੀ ਹੈ, ਉਹਨਾਂ ਨੂੰ ਸੌਖੇ ਤਰੀਕੇ ਦੇ ਨਾਲ ਇਸ ਚੀਜ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਉਹ ਵੱਡੇ ਮਹਾਤਮ ਨੂੰ ਨਹੀਂ ਜਾਣਦੇ। ਇਸੇ ਕਰਕੇ ਕਵੀ ਜੀ ਨੇ ਪ੍ਰਮਾਣ ਦਿੱਤਾ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਜੀ ਉਸ ਗੋਂਦੇ ਦੀ ਔਲਾਦ ਦੇ ਬਾਰੇ ਜ਼ਿਕਰ ਕਰ ਰਹੇ ਨੇ ਕਿ ਗੋਇੰਦਵਾਲ ਦੇ ਵਿੱਚ ਹੀ ਹਮੇਸ਼ਾ ਉਹ ਵਸਦੇ ਰਹੇ, ਜਿਸ ਗੋਇੰਦਵਾਲ ਦੇ ਵਿੱਚ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਨਿਵਾਸ ਸੀ, ਪਰ ਲਾਗੇ ਰਹਿ ਕੇ ਵੀ ਉਹਨਾਂ ਨੇ ਗੁਰੂ ਦੇ ਮਹਾਤਮ ਨੂੰ ਨਹੀਂ ਜਾਣਿਆ। ਤੇਮੇ ਮੂਰਖ ਹਿਰਦੈ ਮਲੀਨੇ, ਗੁਰੂ ਮਹਾਤਮ ਨਹੀਂ ਮਨ ਚੀਨੇ। ਕਹਿੰਦੇ ਨੇ ਜਿਵੇਂ ਤੀਰਥਾਂ ਤੇ ਕੰਢੇ ਰਹਿਣ ਵਾਲੇ ਤੀਰਥ ਦੇ ਮਹਾਤਮ ਨੂੰ ਨਹੀਂ ਜਾਣਦੇ, ਇਸੇ ਤਰ੍ਹਾਂ ਕਵੀ ਜੀ ਕਹਿੰਦੇ ਨੇ ਕਿ ਇਹਨਾਂ ਮੂਰਖਾਂ ਨੇ ਵੀ, ਮਲੀਨ ਹਿਰਦੇ ਵਾਲਿਆਂ ਨੇ ਗੁਰੂ ਦੇ ਮਹਾਤਮ ਨੂੰ ਨਹੀਂ ਜਾਣਿਆ। ਲੱਗੇ ਅਵਗਿਆ ਕਰਨ ਘੋਡਾਲੀ, ਹੰਕਾਰੀ ਦੁਰਮਤੀ ਕੁਚਾਲੀ। ਅਵਗਿਆ ਕਰਨ ਲੱਗੇ ਨੇ ਘੋਡਾਲੀ, ਖੋਟੇ ਢੰਗ ਵਾਲੇ, ਜਿਹੜੇ ਹੰਕਾਰੀ ਨੇ, ਜਿਹੜੇ ਦੁਰਮਤੀ ਨੇ, ਖੋਟੀ ਬੁੱਧੀ ਵਾਲੇ ਨੇ, ਔਰ ਕੁਚਾਲੀ ਨੇ, ਕੁਚਾਲ ਚੱਲਣ ਵਾਲੇ। ਸਤਿਗੁਰ ਨਿਕਟ ਜਾਏ ਕਰ ਬੈਸੇ, ਤਾਰੇ ਲੋਭ ਬੋਲੇ ਤਬ ਐਸੇ। ਇਸ ਤਰ੍ਹਾਂ ਦੀ ਵਿਉਂਤ ਬਣਾ ਕੇ ਇੱਕ ਦਿਨ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਬੈਠ ਗਏ ਨੇ ਔਰ ਕਹਿੰਦੇ ਨੇ ਕਿ ਲੋਭ ਨੂੰ ਧਾਰਨ ਕਰਕੇ ਉਹਨਾਂ ਨੇ ਫਿਰ ਇਸ ਤਰ੍ਹਾਂ ਆਖਿਆ, ਹਮਰੇ ਨਗਰ ਬਾਸ ਜੇ ਕੀਜੈ, ਕੁਛ ਸਿਰਦਾਰੀ ਹਮਕੋ ਦੀਜੈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਆਖਿਆ ਕਿ ਜੇ ਸਾਡੇ ਨਗਰ ਇਸ ਗੋਇੰਦਵਾਲ ਦੇ ਵਿੱਚ ਤੁਸੀਂ ਰਹਿਣਾ ਚਾਹੁੰਦੇ ਹੋ, ਕੁਛ ਸਿਰਦਾਰੀ ਹਮਕੋ ਦੀਜੈ, ਤੇ ਫਿਰ ਚੌਧਰੀ ਪੁਣੇ ਦੇ ਵਜੋਂ ਸਾਨੂੰ ਕੁਝ ਦੇਣਾ ਪਵੇਗਾ, ਕੁਝ ਭੇਟਾ ਤੁਹਾਨੂੰ ਕਰਨਾ ਪਵੇਗਾ ਜੇ ਸਾਡੇ ਨਗਰ ਦੇ ਵਿੱਚ ਵਸਣਾ ਹੈ। ਇਸ ਤਰੀਕੇ ਦਾ ਸਵਾਲ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਗੋਂਦੇ ਦੀ ਔਲਾਦ ਨੇ ਕੀਤਾ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਸਵਾਲ ਦਾ ਜਵਾਬ ਦੇਣਗੇ, ਜਿਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਗ੍ਰੰਥ ਦੇ ਵਿੱਚ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚ। हे अच्युत हे पार ब्रह्म अविनाशी अगनास, हे पूर्ण हे सर्ब में दुख पंजन गुणतास, हे संगी हे निरंकार हे निर्गुण सब टेक,
हे गोविंद हे गुण निधान जाकै सदा विवेक। हे अपरंपर हर हरे है पी होवन हार। हे संतह कै सदा संग ने धारा आधार। हे ठाकुर हो दास रो मैं निर्गुण गुण नहीं कोय। नानक दीजै नाम दान राखो हिय परोय। याही कुल ते प्रगट हो ताही कुल को नाम। पुन द्वादश गोरिंद को मेरी है प्रणाम।